ਤਾਂ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਸਲੂਟ ਕਰੋ ਔਰ ਦਿੱਲੀ ਪੁਲਿਸ ਨੂੰ ਜਿਹਦੇ ਤੇ ਹਮਲਾ ਹੋਇਆ 30 ਫੁੱਟ ਤੋਂ ਨੀਚੇ ਗਿਰ ਗਏ, ਅਸਲਾ ਵੀ ਕੋਲ ਸੀ, ਲੱਠ ਵੀ ਕੋਲ ਸੀ, ਨਹੀਂ ਚਲਾਏ ਕਿਉਂਕਿ ਅਨੁਸ਼ਾਸਨ 'ਚ ਰਹਿਣਾ ਸੀ। ਸਰਕਾਰ ਤਾਂ ਹੋਈ ਹੈ ਪਾਸ, ਉਹ ਕਿਵੇਂ ਪਾਸ ਹੋਈ ਹੈ? ਜਿਹੜੇ ਕਿਸਾਨ ਜਾ ਕੇ ਸੜਕਾਂ ਤੇ ਬੈਠੇ ਨੇ ਉਹ ਜੈਨੂਨ ਕਿਸਾਨ ਅਸਲੀ ਨੇ, ਉਹ ਆਪਦੀ ਲੜਾਈ ਲੜਨ ਗਏ। ਉਹਨਾਂ ਨੂੰ ਕੀ ਦੱਸਦਾ ਕਿ ਤੁਹਾਡੀ ਜਿਹੜੀ ਜ਼ਮੀਨ ਆ ਇਹ ਖੋਹ ਕੇ ਅਡਾਨੀਆਂ ਅੰਬਾਨੀਆਂ ਨੂੰ ਦੇ ਦੇਣੀ ਹੈ। ਮੈਂ ਵੀ ਕਿਸਾਨ ਹਾਂ, ਮੈਂ ਵੀ ਜੱਟ ਹਾਂ। ਜਦੋਂ ਮੈਨੂੰ ਕੋਈ ਕਹੂਗਾ ਤੇਰੀ ਜ਼ਮੀਨ ਖੋਹ ਲੈਣੀ ਹੈ, ਮੈਂ ਕਹੂੰਗਾ ਜਾਂ ਮਰ ਜਾਊਂਗਾ ਜਾਂ ਮਾਰ ਜਾਊਂਗਾ। ਉਹ ਮਰਨ ਤੇ ਹੋ ਕੇ ਗਏ ਨੇ, ਉਹਨਾਂ ਨੂੰ ਗਲਤ ਸਮਝਾਤਾ। ਨਾ ਤਾਂ ਪਹਿਲਾਂ ਕਿਸੇ ਦੀ ਜ਼ਮੀਨ ਖੋਈ ਗਈ ਹੈ, ਨਾ ਅੱਗੇ ਖੋਈ ਜਾਣੀ ਹੈ। ਇਹ ਗਲਤ ਚੀਜ਼ ਸਿਖਾ ਕੇ ਉੱਥੇ ਤੱਕ ਲੈ ਗਏ। ਔਰ ਜਿਹੜੇ ਅੱਗੇ ਲੱਗੇ ਹੋਏ ਨੇ ਲੀਡਰ ਨੇ, ਜਿਸ ਤਰ੍ਹਾਂ ਉਗਰਾਹਾਂ ਹੈ, ਦਰਸ਼ਨਪਾਲ ਹੈ, ਇਹ ਮਾਓਵਾਦੀ ਨੇ। ਜਿਹੜਾ 26 ਤਰੀਕ ਵਾਲਾ ਕੰਮ ਕੀਤਾ ਜਨਵਰੀ ਵਾਲਾ, ਇਹ ਇਹਨਾਂ ਦੀ ਮਨਸ਼ਾ ਕੀ ਸੀ ਕਿ ਅਸੀਂ ਇਸ ਨੂੰ ਸਿੱਖ ਅੰਦੋਲਨ ਬਣਾਈਏ, ਸਰਕਾਰ ਗੋਲੀਆਂ ਚਲਵਾਵੇ, ਉੱਥੇ ਮੌਤਾਂ ਹੋਣ, ਅਸੀਂ ਸਰਕਾਰ ਨੂੰ ਸਿੱਖਾਂ ਦੀ ਕਾਤਲ ਬਣਾਈਏ। 2-3 ਮਹੀਨਿਆਂ ਬਾਅਦ ਪੰਜਾਬ 'ਚ ਵੀ ਅਸੀਂ ਕਹਿਣਾ ਕਿ ਆਓ ਸਾਡੇ ਸਾਹਮਣੇ ਲੜੋ, ਸਾਨੂੰ ਮਾਰੋ। ਤੁਸੀਂ ਮਾਰ ਸਕਦੇ ਹੋ, ਤੁਸੀਂ ਮਾਰਨ ਨੂੰ ਫਿਰਦੇ ਹੋ, ਅਸੀਂ ਮਰਨ ਨੂੰ ਫਿਰਦੇ ਹਾਂ। ਉਹ ਇੱਥੇ ਵੀ ਅਸੀਂ ਸਰਕਾਰ ਬਣਾਵਾਂਗੇ। ਅੱਜ ਵੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ 'ਚ ਕੀ ਕੰਮ ਆ ਔਰ ਕੀ ਹਰ ਅੰਦੋਲਨ ਲਈ ਇਹ ਕਰਨਗੇ? ਇਹ ਅੰਦੋਲਨ ਕਮੇਟੀ ਤਾਂ ਨਹੀਂ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਫਿਰ 1-1 ਲੱਖ ਰੁਪਇਆ ਜਿਹਦੀ ਡੈਥ ਹੋ ਗਈ ਉਹਦੇ ਕਰ ਦੇਵਾਂਗੇ। ਰੋਜ਼ ਲੋਕਾਂ ਦੀਆਂ ਬਹੁਤ ਸਾਰੇ ਅੰਦੋਲਨਾਂ ਵਿੱਚ ਮੌਤਾਂ ਹੁੰਦੀਆਂ, ਕੀ ਸਭ ਜਗ੍ਹਾ ਜਾਣਗੇ? ਕਿਉਂਕਿ ਗੁਰੂ ਨਾਨਕ ਤਾਂ ਸਾਰਿਆਂ ਦੇ ਲਈ ਸਾਂਝਾ। ਉਹ ਕਹਿੰਦੇ ਇਸ ਲਈ ਸਿੱਖੀ ਦਾ ਸਰਟੀਫਿਕੇਟ ਲੈਣ ਦੀ ਕਿਸੇ ਤੋਂ ਜ਼ਰੂਰਤ ਨਹੀਂ। ਇਹ ਜਿਹੜੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਨੇ, ਉਹ ਨਾ ਤਾਂ ਸਿੱਖੀ ਦੇ ਬਾਰੇ ਉਹਨਾਂ ਨੂੰ ਗਿਆਨ ਆ ਤੇ ਸਿੱਖੀ ਨੂੰ ਉਹ ਛੋਟਾ ਕਰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਜੋ ਕਿਸਾਨ ਦਿੱਲੀ ਦੀ ਬਰੂਹਾਂ ਤੇ ਬੈਠੇ ਆ, ਕਹਿੰਦੇ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਪਾਸ ਕੀਤੇ, ਕਿਸਾਨਾਂ ਨੇ ਉਹਨਾਂ ਨੂੰ ਕਾਲੇ ਕਿਹਾ ਕਿ ਅਸੀਂ ਇਹਨਾਂ ਦੇ ਖਿਲਾਫ ਲੜਾਂਗੇ। ਪਰ 2 ਭਾਜਪਾ ਦੇ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਾਨੀ, ਇਹਨਾਂ ਦਾ ਡਟ ਕੇ ਵਿਰੋਧ ਕਿਸਾਨਾਂ ਨੇ ਕੀਤਾ, ਬਾਈਕਾਟ ਕਰ ਦਿੱਤਾ। ਤੇ ਹਰਜੀਤ ਗਰੇਵਾਲ ਦਾ ਬੀਤੇ ਦਿਨੀ ਇੱਕ ਬਿਆਨ ਸਾਹਮਣੇ ਆਇਆ ਕਿ ਸ਼੍ਰੋਮਣੀ ਕਮੇਟੀ ਕਿਉਂ ਮਦਦ ਕਰ ਰਹੀ ਹੈ ਕਿਸਾਨਾਂ ਨੂੰ, ਇੱਕ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨੀ ਅੰਦੋਲਨ ਨੂੰ। ਹਰਜੀਤ ਗਰੇਵਾਲ ਸਾਡੇ ਨਾਲ ਮੌਜੂਦ ਨੇ, ਕਾਫੀ ਚਰਚਾ 'ਚ ਰਹਿੰਦੇ ਆ। ਜਦੋਂ ਇਹਨਾਂ ਦਾ ਇੰਟਰਵਿਊ ਕਰਦੇ ਆ, ਕਾਫੀ ਲੋਕਾਂ ਦੇ ਕਮੈਂਟ ਵੀ ਆਉਂਦੇ ਆ, ਕਿਤੇ ਨਾ ਕਿਤੇ ਗਾਲਾਂ ਵੀ ਕੱਢੀਆਂ ਜਾਂਦੀ ਹੈ, ਮੰਦੀ ਸ਼ਬਦਾਵਲੀ ਦਾ ਪ੍ਰਯੋਗ ਵੀ ਕੀਤਾ ਜਾਂਦਾ। ਗਰੇਵਾਲ ਸਾਹਿਬ, ਤੁਸੀਂ ਇੱਕ ਵਾਰ ਫਿਰ ਕਮੈਂਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਹਾ ਕਿ ਕਿਉਂ ਮਦਦ ਕਰ ਰਹੀ ਕਿਸਾਨਾਂ ਦੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਕਿਸਾਨ ਪੰਜਾਬ ਦੇ ਆ, ਇਸ ਲਈ ਮਦਦ ਕੀਤੀ ਜਾ ਰਹੀ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪੰਜਾਬ ਦੀ ਨਹੀਂ ਹੈ। ਉਹ ਤਾਂ ਗੁਰੂ ਨਾਨਕ ਦਾ ਜਿਹੜਾ ਵਿਚਾਰ ਹੈ ਨਾ ਜੀ, ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਮਾਨਵਤਾ ਦੀ ਗੱਲ ਕਰਦੀ ਹੈ, ਪੂਰੀ ਦੁਨੀਆ ਦੀ ਹੈ। ਠੀਕ ਹੈ, ਤੇ ਇਹ ਸ਼ਾਇਦ ਉਹਨਾਂ ਨੂੰ ਆਪਣੇ ਅੰਦਰ ਗਿਆਨ ਲੈਣਾ ਚਾਹੀਦਾ ਕਿ ਇਹਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦਾ ਜਿਹੜਾ ਐਕਟ ਆ, ਉਹਦੇ 'ਚ ਧਾਰਾ 8 ਦੇ ਅੰਦਰ ਇਹ ਸਾਫ਼ ਦੱਸਿਆ ਹੋਇਆ ਕਿ ਉਹਨਾਂ ਨੇ ਕੀ ਕੰਮ ਕਰਨੇ ਆ। ਉਹਨਾਂ ਨੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਔਰ ਗੁਰੂ ਨਾਨਕ ਦੇਵ ਦਾ ਜਿਹੜੇ ਨਾਮਲੇਵਾ ਲੋਕ ਨੇ, ਜੋ ਗੁਰੂ ਨਾਨਕ ਦਾ ਵਿਚਾਰ ਆ, ਲੰਗਰ ਦੀ ਸੰਗਤ ਤੇ ਪੰਗਤ, ਸੇਵਾ ਤੇ ਸਿਮਰਨ, ਉਸ ਤਰਫ ਉਹਨਾਂ ਨੇ ਜਾਣਾ। ਔਰ ਗੁਰਦੁਆਰਿਆਂ ਦੀ ਸਾਂਭ ਸੰਭਾਲ, ਗੁਰਦੁਆਰਾ ਸਾਹਿਬਾਨ ਦੀ, ਇਤਿਹਾਸਕ ਗੁਰਦੁਆਰਿਆਂ ਦੀ, ਔਰ ਉਸ ਤੋਂ ਬਾਅਦ ਉਹ ਗੁਰਦੁਆਰਿਆਂ ਦੇ ਅੰਦਰ ਸੰਗਤਾਂ ਦੇ ਲਈ ਸਹੂਲਤਾਂ, ਔਰ ਜਿਹੜੇ ਸਿੱਖ ਬੱਚੇ ਆ ਉਹਨਾਂ ਦੀ ਐਜੂਕੇਸ਼ਨ ਦੀ ਕੁਆਲਿਟੀ ਅੱਛੀ ਹੋਵੇ, ਉਹ IAS IPS ਬਣਨ, ਉਹਦੇ ਲਈ ਉਪਰਾਲੇ ਕਰਨੇ। ਔਰ ਇਸ ਤਰ੍ਹਾਂ ਦੇ ਹੋਰ ਕੰਮ ਹੈਗੇ ਆ। ਇਹ ਕੰਮ ਨਹੀਂ ਹੈ ਕਿ ਇਹ ਕੋਈ ਅੰਦੋਲਨ ਕਮੇਟੀ ਨਹੀਂ ਹੈ, ਔਰ ਅੰਦੋਲਨ ਇਹ ਕੋਈ ਸਿੱਖ ਅੰਦੋਲਨ ਨਹੀਂ ਹੈ। ਇਹਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਉਂਦੀ ਆ ਤਾਂ ਉਹਦਾ ਮਤਲਬ ਇਹ ਸਿੱਖੀ ਅੰਦੋਲਨ ਹੈ। ਇਹ ਸਿੱਖੀ ਅੰਦੋਲਨ ਨਹੀਂ ਹੈ, ਇਹ ਕਿਸਾਨ ਅੰਦੋਲਨ ਹੈ। ਔਰ ਇਹਦੇ ਹਰ ਅੰਦੋਲਨ ਦੇ ਵਿੱਚੋਂ ਜਾਣਗੇ, ਹਰ ਅੰਦੋਲਨ ਦੇ ਵਿੱਚ ਇਹ ਕਰਨਗੇ। ਇਹ ਮੇਰੇ ਤਾਂ ਸਮਝ ਤੋਂ ਬਾਹਰ ਦੀ ਗੱਲ ਆ, ਕਿਹੜੀ ਦਿਸ਼ਾ ਨੂੰ ਤੁਰ ਪਏ ਨੇ। ਔਰ ਮੈਂ ਸਮਝਦਾ ਕਿ ਇਹ ਰਾਜਨੀਤਿਕ ਹਿੱਤ ਸਾਧਨ ਦੇ ਲਈ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ। ਇਹ ਮੈਂ ਤਾਂ ਬੜੇ ਸਿੱਧੇ ਤਰੀਕੇ ਨਾਲ ਲਿਖਿਆ। ਬਾਕੀ ਲੋਕ ਜਿਹੜੇ ਦੁਨੀਆ ਦੇ ਨੇ ਉਹ ਪੂਰਾ ਵਿਰੋਧ ਵੀ ਕਰਨਗੇ ਇਹਨਾਂ ਚੀਜ਼ਾਂ ਦਾ, ਕਿਉਂਕਿ ਇਹ ਠੀਕ ਨਹੀਂ ਹੈ, ਜੋ ਰਸਤਾ ਠੀਕ ਨਹੀਂ ਹੁੰਦਾ। ਪਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਲੰਗਰ ਦੀ ਗੱਲ ਚੱਲ ਰਹੀ ਹੈ। ਤੁਸੀਂ ਲੰਗਰ 'ਤੇ ਸਵਾਲ ਖੜੇ ਕਰ ਦਿੱਤੇ ਕਿ ਕਿਸਾਨਾਂ ਨੂੰ ਲੰਗਰ ਕਿਉਂ ਦਿੱਤਾ ਜਾ ਰਿਹਾ। ਉਹ ਅੰਨਦਾਤਾ ਦੇਸ਼ ਦਾ, ਜਿਸ ਨੇ ਪੂਰੇ ਦੁਨੀਆ ਦਾ ਢਿੱਡ ਭਰ ਦਿੱਤਾ, ਤੁਸੀਂ ਉਹਦੇ ਉੱਪਰ ਸਵਾਲ ਖੜੇ ਕਰ ਰਹੇ ਹੋ ਕਿ ਉਹਨਾਂ ਨੂੰ ਲੰਗਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਦੇ ਰਹੀ ਹੈ। ਲੰਗਰ 'ਤੇ ਕਿਹਨੇ ਸਵਾਲ ਪੈਦਾ ਕੀਤਾ? ਤਾਂ ਤੁਸੀਂ ਮੇਰੇ ਮੂੰਹ 'ਚ ਪਾ ਕੇ ਕਹਿ ਰਹੇ ਹੋ। ਸਵਾਲ ਪੈਦਾ ਹੋ ਰਿਹਾ ਜਿਹੜਾ ਟੈਂਪਰੇਰੀ ਸਟਰਕਚਰ ਬਣਾਉਣਾ, ਪੱਖੇ ਲਗਾ ਕੇ ਦੇਣੇ,
ਔਰ ਉੱਥੇ ਹੋਰ ਸਹੂਲਤਾਂ ਟਾਇਲਟਸ ਤੇ ਉਹ ਸਾਰਾ ਜਿਹੜਾ ਮੂਵੇਬਲ ਟਾਇਲਟਸ ਉਹ ਅਰੇਂਜਮੈਂਟਸ ਕਰਨੇ, ਉਹ ਕੰਮ ਸਰਕਾਰੀ ਵਿਭਾਗਾਂ ਦੇ ਆ ਜਾਂ ਦੂਸਰੀਆਂ ਸੰਸਥਾਵਾਂ ਦੇ ਆ। ਉਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਹੈਗਾ। ਉੱਥੇ ਇਹ ਪੈਸਾ ਜਿਹੜਾ ਹੈਗਾ ਨਾ, ਇਹ ਦਸਵੰਧ ਕੱਢਦੇ ਆ ਲੋਕ, ਗੁਰੂ ਘਰ ਨੂੰ ਦਿੰਦੇ ਆ, ਆਪਣੀ ਭੇਟ ਕਰਦੇ ਆ, ਤਾਂ ਉਸ ਦਾ ਜਿਹੜਾ ਗਲਤ ਇਸਤੇਮਾਲ ਕਰਨਾ ਉਹ ਠੀਕ ਨਹੀਂ ਹੈ। ਕਿਉਂਕਿ ਸਿੱਖੀ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਪ੍ਰਚਾਰ ਤੇ ਪ੍ਰਸਾਰ 'ਚ ਸਿੱਖਾਂ ਤੇ ਹਮਲੇ ਹੁੰਦੇ ਆ ਪੂਰੀ ਦੁਨੀਆ 'ਚ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਆ ਕਿ ਉਹਨਾਂ ਦੀ ਦਿੱਖ ਨੂੰ ਠੀਕ ਕਰਨਾ, ਇਹ ਦਿੱਖ ਨੂੰ ਖਰਾਬ ਕਰਨ ਦੀ ਗੱਲ ਕਰ ਰਹੇ ਆ। ਠੀਕ ਹੈ ਨਾ ਗੱਲ? ਇਹਦੇ 'ਚ ਇਹ ਸਿੱਖੀ ਅੰਦੋਲਨ ਨਹੀਂ ਹੈਗਾ। ਅੰਨਦਾਤਾ ਹੈ, ਠੀਕ ਹੈ, ਅੰਨਦਾਤਾ ਲਈ ਬਾਕੀ ਲੋਕ ਕਰ ਰਹੇ ਆ ਨਾ, ਉਹਨਾਂ ਨੂੰ ਕਿਸੇ ਨੇ ਰੋਕਿਆ, ਕਿਸੇ ਨੇ ਕਿਹਾ? ਕੁਐਸਚਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਰਦਾਰ ਤੇ ਖੜਾ ਹੁੰਦਾ ਕਿ ਵੀ ਤੁਸੀਂ ਇਹਦੇ ਪ੍ਰਧਾਨ ਹੋ ਬੀਬੀ ਜੀ, ਤੁਸੀਂ ਧਾਰਮਿਕ ਹਸਤੀ ਹੋ, ਤੁਸੀਂ ਇਹਨੂੰ ਗਲਤ ਦਿਸ਼ਾ ਨਾ ਦਿਓ, ਇਹਨੂੰ ਸਿੱਖੀ ਅੰਦੋਲਨ ਨਾ ਬਣਾਓ। ਪਰ ਸਵਾਲ ਇੱਥੇ ਵੱਡਾ ਖੜਾ ਹੁੰਦਾ, ਜਦੋਂ ਕੋਈ ਦੇਸ਼ ਤੇ ਭੀੜ ਪੈਂਦੀ, ਜਿੱਥੇ ਕੋਈ ਬਾੜ ਹੁੰਦੀ, ਜਿੱਥੇ ਕੋਈ ਆਫਤਾਂ ਆਉਂਦੀ ਹੈ, ਉੱਥੇ ਸਿੱਖਾਂ ਵੱਲੋਂ ਲੰਗਰ ਲਗਾਇਆ ਜਾਂਦਾ, ਉੱਥੇ ਇੰਤਜ਼ਾਮਾਤ ਕੀਤੇ ਜਾਂਦੇ ਆ, ਤੇ ਉਹ ਮੰਨ ਰਹੇ ਆ ਕਿ ਹੁਣ ਕਿਸਾਨਾਂ ਉੱਪਰ ਭੀੜ ਪਈ ਹੈ, ਕਿਸਾਨਾਂ ਉੱਪਰ ਆਫਤ ਆਈ ਹੈ, ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਵਾਸਤੇ ਲੰਗਰ ਤੇ ਅਜਿਹੇ ਇੰਤਜ਼ਾਮਾਤ ਕੀਤੇ ਜਾਣ ਜਿਹੜੀ ਉਹਨਾਂ ਨੂੰ ਲੋੜ ਹੈ। ਇਹ ਕਿਹਨੇ ਰੋਕਿਆ? ਲੰਗਰ ਦੇ ਬਾਰੇ ਕਿਹਨੇ ਕੁਐਸਚਨ ਕੀਤਾ? ਮੈਂ ਤਾਂ ਪਹਿਲਾਂ ਹੀ ਕਹਤਾ, ਸੇਵਾ ਤੇ ਸਿਮਰਨ, ਸੰਗਤ ਤੇ ਪੰਗਤ ਗੁਰੂ ਨਾਨਕ ਦੇਵ ਦਾ ਸਿਧਾਂਤ ਆ। ਉਹਦੇ 'ਚ ਕਿਹਨੇ ਰੋਕਿਆ ਇਹਨਾਂ ਨੂੰ? ਉਹਦੇ 'ਚ ਨਹੀਂ ਰੋਕਦਾ ਕੋਈ। ਉਹ ਲੰਗਰ ਤਾਂ ਕਿਸੇ ਜਗ੍ਹਾ ਵੀ ਦੁਨੀਆ ਚਲਾਉਣ, ਗੁਰਦੁਆਰਿਆਂ 24 ਘੰਟੇ ਲੰਗਰ ਚੱਲਦੇ ਆ। ਆਹ ਜਿਹੜੇ ਬਾਕੀ ਕੰਮ ਨੇ ਨਾ ਫਾਲਤੂ ਦੇ, ਇਹਦੇ 'ਚ ਉਸ ਨੂੰ ਗਲਤ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦੇਸ਼ ਦੇ ਸੂਬੇ ਦੇ ਹਾਲਾਤ ਖਰਾਬ ਕਰਨ ਵਾਲੀ ਰੰਗਤ ਆ। ਕਿਹੜੀ ਚੀਜ਼ਾਂ ਤੇ ਗਰੇਵਾਲ ਸਾਹਿਬ ਤੁਹਾਨੂੰ ਸਮੱਸਿਆ ਹੈਗੀ ਹੈ? ਟੈਂਟ ਲਾਉਣ ਤੋਂ ਸਮੱਸਿਆ, ਕਿਹੜੀ ਚੀਜ਼ਾਂ ਦੀ ਸਮੱਸਿਆ ਹੈਗੀ ਹੈ? ਅਰੇ ਬਈ, ਜਿਹੜੇ ਹੁਣ ਟੈਂਪਰੇਰੀ ਸਟਰਕਚਰ ਖੜੇ ਕਰਨੇ ਆ ਜਾਂ ਉਹ ਕਰਨ ਵਾਲੀਆਂ ਹੋਰ ਸੰਸਥਾਵਾਂ ਹੈਗੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ 'ਚ ਕੀ ਕੰਮ ਆ? ਔਰ ਕੀ ਹਰ ਅੰਦੋਲਨ ਲਈ ਇਹ ਕਰਨਗੇ? ਇਹ ਅੰਦੋਲਨ ਕਮੇਟੀ ਤਾਂ ਨਹੀਂ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ, ਇਸ ਨੂੰ ਗਲਤ ਦਿਸ਼ਾ ਦਿੱਤੀ। ਫਿਰ 1-1 ਲੱਖ ਰੁਪਇਆ ਜਿਹਦੀ ਡੈਥ ਹੋ ਗਈ ਉਹਦੇ ਘਰ ਦੇਵਾਂਗੇ। ਰੋਜ਼ ਲੋਕਾਂ ਦੀਆਂ ਬਹੁਤ ਸਾਰੇ ਅੰਦੋਲਨਾਂ ਵਿੱਚ ਮੌਤਾਂ ਹੁੰਦੀਆਂ, ਕੀ ਸਭ ਜਗ੍ਹਾ ਜਾਣਗੇ? ਕਿਉਂਕਿ ਗੁਰੂ ਨਾਨਕ ਤਾਂ ਸਾਰਿਆਂ ਦੇ ਲਈ ਸਾਂਝਾ। ਉਹ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਤਾਂ ਦੁਨੀਆ ਦੀ ਗੱਲ ਕਰਦੇ ਆ, ਦੁਨੀਆ ਦੇ ਭਲੇ ਦੀ ਗੱਲ ਕਰਦੇ ਆ। ਫਿਰ ਸਾਰੇ ਅੰਦੋਲਨਾਂ 'ਚ ਜਿਹੜੇ ਲੋਕ ਚਲੇ ਜਾਂਦੇ ਆ ਇਸ ਦੁਨੀਆ ਤੋਂ, ਉਹਨਾਂ ਲਈ ਵੀ ਕਰਨਾ ਪੈਣਾ। ਇਹ ਪਰੰਪਰਾ ਨਹੀਂ ਪਾਉਣੀਆਂ ਚਾਹੀਦੀਆਂ ਜਿਹੜੀਆਂ ਨਹੀਂ ਹੈਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਔਰ ਉਹ ਪੈਸੇ ਨੂੰ ਧਰਮ ਪ੍ਰਚਾਰ ਤੇ ਪ੍ਰਸਾਰ ਲਈ ਖਰਚ ਕਰਨਾ ਚਾਹੀਦਾ। ਗਰੇਵਾਲ ਸਾਹਿਬ, ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਨਹੀਂ ਆਉਂਦੀ, ਫਿਰ ਕੌਣ ਕਰੂਗਾ? ਸਰਕਾਰ ਤੁਹਾਡੀ ਕਰੂਗੀ ਉਹਨਾਂ ਦੇ ਲਈ। ਜੇਕਰ ਮੰਨ ਨਹੀਂ ਰਹੀ ਤਾਂ ਤੰਬੂ ਬਣਾ ਕੇ ਦੇ ਦੇ ਫਿਰ ਉਹਨਾਂ ਨੂੰ। ਕੀ ਗੱਲ ਕਰਦੇ ਹੋ? ਕਿੰਨੀਆਂ ਸੰਸਥਾਵਾਂ ਕਰ ਰਹੀਆਂ ਨੇ, ਉੱਥੇ ਗਏ ਹੋ ਤੁਸੀਂ? ਗਏ ਹੋ ਨਾ? ਕਿੰਨੀਆਂ ਸੰਸਥਾਵਾਂ ਕਰ ਰਹੀਆਂ ਨੇ, ਕਿੰਨੀ ਦੁਨੀਆ ਕਰ ਰਹੀ ਆ, ਔਰ ਘਰ 'ਚੋਂ ਪੈਸਾ ਇਕੱਠਾ ਹੋ ਕੇ ਜਾ ਰਿਹਾ, ਪਰ ਏਕੜ ਇਕੱਠਾ ਹੋ ਕੇ ਜਾ ਰਿਹਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਉਹ ਕੋਈ ਹੋਰ ਕਰ ਰਿਹਾ। ਜਿਹਦਾ ਜੋ ਕੰਮ ਆ ਉਹਨੂੰ ਉਹ ਕੰਮ ਕਰਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ, ਉਹਨੂੰ ਉਹੀ ਕੰਮ ਕਰਨਾ ਚਾਹੀਦਾ, ਉਸ ਤੋਂ ਬਾਹਰ ਜਾ ਕੇ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਖ ਵੀ ਖਰਾਬ ਹੁੰਦੀ ਆ, ਔਰ ਸਿੱਖ ਜਿਹੜੇ ਸ਼ਰਧਾ ਨਾਲ ਉੱਥੇ ਜਾ ਕੇ, ਸਿੱਖਾਂ ਤੋਂ ਬਿਨਾਂ ਵੀ ਬਹੁਤ ਸਾਰੇ ਲੋਕ ਮੱਥਾ ਟੇਕਦੇ। ਗੁਰੂ ਨਾਨਕ ਨੂੰ ਮੰਨਣ ਵਾਲੇ ਲੋਕ ਤਾਂ ਤਿੱਬਤੀ ਵੀ ਨੇ, ਉਹ ਨਾਨਕ ਲਾਮਾ ਕਹਿ ਕੇ ਪੂਜਾ ਕਰਦੇ ਆ। ਸਿੰਧੀ ਵੀ ਨੇ, ਉਹਨੂੰ ਇੱਕ ਸੰਤ ਦੇ ਰੂਪ 'ਚ ਪੂਜਾ ਕਰਦੇ ਆ। ਤੇ ਪੂਰੀ ਦੁਨੀਆ ਦੇ ਅੰਦਰ ਗੁਰੂ ਨਾਨਕ ਦੇਵ ਨੂੰ ਅਲੱਗ-ਅਲੱਗ ਜਗ੍ਹਾ ਤੇ ਪੂਜਿਆ ਜਾਂਦਾ। ਮੁਸਲਮਾਨ ਵੀ ਕਰਦੇ ਆ, ਉਹ ਆਪਦਾ ਪੀਰ ਦੱਸਦੇ ਆ ਕਿ ਸਾਡਾ ਪੀਰ ਆ, ਉਹਨਾਂ ਦੀ ਆਪਣੀ ਸ਼ਰਧਾ। ਤੇ ਗੁਰਦੁਆਰਿਆਂ 'ਚ ਆ ਕੇ ਉਹ ਸਭ ਮੱਥਾ ਟੇਕਦੇ ਆ, ਭੇਟ ਕਰਦੇ ਆ। ਤੇ ਉਹ ਸਾਰਾ ਪੈਸਾ ਠੀਕ ਜਗ੍ਹਾ ਤੇ ਖਰਚ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸ਼ਰਧਾ ਉਸੇ ਤਰ੍ਹਾਂ ਬਣੀ ਰਹੇ। ਗਰੇਵਾਲ ਸਾਹਿਬ, ਤੁਹਾਡੇ ਤੇ ਬੜੇ ਸਵਾਲ ਖੜੇ ਕਰ ਦਿੰਦੇ, ਕਿਉਂਕਿ ਜੋ ਤੁਸੀਂ ਜਿਸ ਹਿਸਾਬ ਨਾਲ ਬਿਆਨ ਦਿੰਦੇ ਹੋ ਕਿ ਸਿੱਖਾਂ ਦਾ ਆਹ ਕੰਮ ਨਹੀਂ ਹੁੰਦਾ, ਸਿੱਖਾਂ ਦਾ ਉਹ ਕੰਮ ਨਹੀਂ ਹੁੰਦਾ, ਤੁਹਾਡੀ ਸਿੱਖੀ ਨੂੰ ਲੈ ਕੇ ਹੀ ਸਵਾਲ ਖੜੇ ਕਰ ਦਿੰਦੇ ਕਿ ਤੁਸੀਂ ਪੰਜਾਬੀਆਂ ਦੇ ਨਾਲ ਨਹੀਂ ਖੜੇ ਤਾਂ ਤੁਸੀਂ ਸਿੱਖ ਹੈ ਨਹੀਂ। ਬਹੁਤ ਸਾਰੇ ਤੁਸੀਂ ਸੋਸ਼ਲ ਮੀਡੀਆ ਤੇ ਆਪਣੇ ਆਪ ਕਮੈਂਟ ਵੀ ਪੜ੍ਹੇ ਹੋਣਗੇ, ਤੁਹਾਨੂੰ ਪਤਾ ਹੋਊ ਕਿਸ ਤਰ੍ਹਾਂ ਜ਼ਿਕਰ ਹੁੰਦਾ। ਇਸੇ ਕਰਕੇ ਤੁਸੀਂ ਬਿਆਨਾਂ 'ਚ ਚਰਚਾ 'ਚ ਵੀ ਰਹਿੰਦੇ ਹੋ। ਪਹਿਲੀ ਗੱਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਗੁਰੂ ਨਾਨਕ ਜੀ ਨੇ ਜਾਂ ਜਿੰਨੇ ਵੀ ਗੁਰੂ ਹੋਏ ਨੇ, ਕਿਸੇ ਨੇ ਇਹ ਨਹੀਂ ਕਿਹਾ ਵੀ ਕਿਤੋਂ ਜਾ ਕੇ ਸਿੱਖ ਦਾ ਸਰਟੀਫਿਕੇਟ ਲੈ ਕੇ ਆਓ। ਜੇ ਕਿਹਾ ਹੁੰਦਾ ਤਾਂ ਮੈਂ ਜ਼ਰੂਰ ਉਹਨਾਂ ਕੋਲ ਜਾਂਦਾ ਕਿ ਮੈਨੂੰ ਸਰਟੀਫਿਕੇਟ ਦੇ ਦਿਓ। ਇਸ ਲਈ ਸਿੱਖੀ ਦਾ ਸਰਟੀਫਿਕੇਟ ਲੈਣ ਦੀ ਕਿਸੇ ਤੋਂ ਜ਼ਰੂਰਤ ਨਹੀਂ। ਇਹ ਜਿਹੜੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਨੇ, ਉਹ ਨਾ ਤਾਂ ਸਿੱਖੀ ਦੇ ਬਾਰੇ ਉਹਨਾਂ ਨੂੰ ਗਿਆਨ ਆ, ਤੇ ਸਿੱਖੀ ਨੂੰ ਉਹ ਛੋਟਾ ਕਰਦੇ ਆ। ਖਾਲਸਾ ਦਾ ਮਤਲਬ ਕੁਛ ਹੋਰ ਆ, ਠੀਕ ਹੈ? ਇਹ ਜਿਹੜੇ ਲੋਕ ਨੇ, ਇਹ ਉਹ ਨੇ, ਮੈਂ, ਮੇਰੀ ਪਤਨੀ, ਮੇਰਾ ਬੇਟਾ, ਮੇਰਾ ਪਿਤਾ, ਜਿਹੜੇ ਇੱਥੇ ਤੱਕ ਸੀਮਤ ਰਹਿੰਦੇ ਆ, ਉਹ ਸਿੱਖੀ ਦੀ ਤੇ ਖਾਲਸਾ ਦੀ ਗੱਲ ਕਰਦੇ ਆ। ਗੁਰੂ ਸਾਹਿਬ ਦੀ ਸਿੱਖੀ ਹੋਰ ਸੀ, ਗੁਰੂ ਸਾਹਿਬ ਦਾ ਖਾਲਸਾ ਹੋਰ ਸੀ, ਸਰਬੱਤ ਦੇ ਭਲੇ ਦੀ ਗੱਲ ਸੀ। ਇਸ ਕਰਕੇ ਮੈਨੂੰ ਇਹਨਾਂ ਤੋਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਜੇ ਕਿਤੇ ਲਿਖਿਆ ਹੋਵੇ, ਗੁਰੂ ਸਾਹਿਬ ਇਹ ਲਿਖ ਕੇ ਹੋਣ, ਤੇ ਮੈਂ ਉਹਨਾਂ ਕੋਲੋਂ ਸਰਟੀਫਿਕੇਟ ਵੀ ਲੈਣ ਚਲਾ ਜਾਊਂਗਾ।
ਠੀਕ ਹੈ ਨਾ ਗੱਲ। ਮੈਂ ਜੈਨੀ ਸਾਹਿਬ ਦਾ ਪਿਛਲੀ ਵਾਰ ਇੰਟਰਵਿਊ ਕੀਤਾ, ਇੱਕ ਮੈਨੂੰ ਕਮੈਂਟ ਯਾਦ ਆ ਗਿਆ, ਉੱਥੇ ਲਿਖਿਆ ਸੀ ਨਾ, ਇਹਨਾਂ ਨੂੰ ਮਜ਼ਾ ਆਉਣ ਲੱਗ ਗਿਆ ਲਾਈਮਲਾਈਟ 'ਚ ਰਹਿਣ ਦਾ, ਇਹਨਾਂ ਨੂੰ ਮਜ਼ਾ ਆਉਣ ਲੱਗ ਗਿਆ, TRP ਮਿਲਣ ਲੱਗ ਗਈ, ਪੰਜਾਬ ਦੇ 2 ਵੱਡੇ ਲੀਡਰ ਬਣ ਗਏ ਹੁਣ ਇਹ, ਹਰੇਕ ਘਰ 'ਚ ਇਹਨਾਂ ਦਾ ਨਾਮ ਚਲਾ ਗਿਆ, ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਾਨੀ, ਕਿ ਚੌਥੇ ਕੁ ਦਿਨ ਸ਼ੁਰਲੀ ਛੱਡ ਦਿੰਦੇ, ਕਿ ਉਹਨਾਂ 'ਚੋਂ ਇੱਕ ਸ਼ੁਰਲੀ ਤਾਂ ਨਹੀਂ ਇਹ ਕਿਹੜੀ ਆ ਜਿਹੜੀ ਤੁਸੀਂ ਹੁਣ SGPC ਦਾ ਬਿਆਨ ਦਿੱਤਾ ਸੀਗਾ? ਇਹ ਸ਼ੁਰਲੀ ਨਹੀਂ ਤਾਂ ਵਾਸਤਵਿਕਤਾ ਹੈਗੀ ਆ, ਜੈਨੂਨ ਬਿਆਨ ਆ, ਜੈਨੂਨ ਲੈਟਰ ਆ, ਇਹ ਹਰ ਸਿੱਖ ਦੇ ਮਨ ਦੀ ਕਲਪਨਾ ਹੈਗੀ ਆ ਵੀ ਇਹ ਨਹੀਂ ਹੋਣਾ ਚਾਹੀਦਾ ਇੱਦਾਂ। ਕੋਈ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ, ਕਿਉਂਕਿ ਇਹ ਆਤੰਕਵਾਦੀਆਂ ਦੀ ਤਰ੍ਹਾਂ ਡਰਾਉਂਦੇ ਨੇ। ਆ ਮਾਓਵਾਦੀ ਨੇ ਜਿਹੜੇ ਕਿਸਾਨ ਲੀਡਰ ਬਣ ਗਏ ਨੇ ਇਹਨਾਂ 'ਚ, ਤੇ ਉਹ ਉਹਨਾਂ ਦੀ ਇਹ ਹੁੰਦੀ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਂਦੇ ਆ। ਗਰੇਵਾਲ, ਫਿਰ ਤਾਂ ਤੁਹਾਡੀ ਸਰਕਾਰ ਫੇਲ ਹੋਈ ਆ, ਅੱਤਵਾਦੀਆਂ ਤੇ ਮਾਓਵਾਦੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਉਹ ਦਿੱਲੀ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਬੈਠੇ, ਫਿਰ ਤਾਂ ਤੁਹਾਡੀ ਸਰਕਾਰ ਫੇਲ ਹੋਈ ਹੈ। ਸਰਕਾਰ ਨਹੀਂ ਫੇਲ ਹੋਈ, ਸਰਕਾਰ ਤਾਂ ਹੋਈ ਹੈ ਪਾਸ। ਉਹ ਕਿਵੇਂ ਪਾਸ ਹੋਈ ਆ? ਜਿਹੜੇ ਕਿਸਾਨ ਜਾ ਕੇ ਸੜਕਾਂ ਤੇ ਬੈਠੇ ਨੇ ਉਹ ਜੈਨੂਨ ਕਿਸਾਨ ਨੇ, ਅਸਲੀ ਨੇ। ਉਹ ਆਪਦੀ ਲੜਾਈ ਲੜਨ ਗਏ ਨੇ। ਉਹਨਾਂ ਨੂੰ ਕੀ ਦੱਸਦਾ ਕਿ ਤੁਹਾਡੀ ਜਿਹੜੀ ਜ਼ਮੀਨ ਆ ਇਹ ਖੋਹ ਕੇ ਅਡਾਨੀਆਂ ਅੰਬਾਨੀਆਂ ਨੂੰ ਦੇ ਦੇਣੀ ਆ। ਮੈਂ ਵੀ ਕਿਸਾਨ ਆ, ਮੈਂ ਵੀ ਜੱਟ ਆ। ਜਦੋਂ ਮੈਨੂੰ ਕੋਈ ਕਹੂਗਾ ਤੇਰੀ ਜ਼ਮੀਨ ਖੋਹ ਲੈਣੀ ਆ, ਮੈਂ ਕਹੂੰਗਾ ਜਾਂ ਮਰ ਜਾਊਂਗਾ ਜਾਂ ਮਾਰ ਦਊਂਗਾ। ਉਹ ਮਰਨ ਤੇ ਹੋ ਕੇ ਗਏ ਨੇ, ਉਹਨਾਂ ਨੂੰ ਗਲਤ ਸਮਝਾਤਾ। ਠੀਕ ਹੈ ਨਾ, ਕਿਸੇ ਨੇ ਹੁਣ ਵੀ 40% ਕਿਸਾਨ ਜਿਹੜੇ ਆ ਠੇਕੇ ਤੇ ਜ਼ਮੀਨ ਦਿੰਦੇ ਆ, ਉਹਨੂੰ ਲੀਜ਼ ਕਹਿੰਦੇ ਆ। ਠੀਕ ਹੈ, ਉਹ ਵੀ ਲੀਜ਼ ਤੇ ਹੀ ਆ, ਉਹ ਇੱਕ ਕਾਨੂੰਨੀ ਰੂਪ ਮਿਲ ਗਿਆ ਲੀਜ਼ ਨੂੰ, ਠੇਕੇ ਨੂੰ। ਠੀਕ ਹੈ ਗੱਲ, ਤੇ ਉਹ ਵੀ ਪਹਿਲਾਂ ਤੋਂ ਚੱਲ ਰਹੀ ਹੈ ਪੰਜਾਬ 'ਚ ਵਿਵਸਥਾ। ਤੇ ਨਾ ਤਾਂ ਪਹਿਲਾਂ ਕਿਸੇ ਦੀ ਜ਼ਮੀਨ ਖੋਈ ਗਈ ਹੈ, ਨਾ ਅੱਗੇ ਖੋਈ ਜਾਣੀ ਹੈ। ਇਹ ਗਲਤ ਚੀਜ਼ ਸਿਖਾ ਕੇ ਉੱਥੇ ਤੱਕ ਲੈ ਗਏ। ਔਰ ਜਿਹੜੇ ਅੱਗੇ ਲੱਗੇ ਹੋਏ ਨੇ ਲੀਡਰ ਨੇ, ਜਿਸ ਤਰ੍ਹਾਂ ਉਗਰਾਹਾਂ ਹੈ, ਦਰਸ਼ਨਪਾਲ ਹੈ, ਇਹ ਮਾਓਵਾਦੀ ਨੇ, ਇਹਨਾਂ ਦੀ ਵਿਚਾਰਧਾਰਾ ਆਪਦੀ। ਠੀਕ ਹੈ ਗੱਲ, ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ, ਅਸੀਂ ਇਹਨਾਂ ਨੂੰ ਨਹੀਂ ਕਹਿੰਦੇ। ਇਹਨਾਂ ਦੀ ਕੀ ਮਨਸ਼ਾ ਸੀ? ਜਿਹੜਾ 26 ਤਰੀਕ ਵਾਲਾ ਕੰਮ ਕੀਤਾ, ਜਨਵਰੀ ਵਾਲਾ, ਇਹ ਇਹਨਾਂ ਦੀ ਮਨਸ਼ਾ ਕੀ ਸੀ? ਕਿ ਅਸੀਂ ਇਸ ਨੂੰ ਸਿੱਖ ਅੰਦੋਲਨ ਬਣਾਈਏ, ਸਰਕਾਰ ਗੋਲੀਆਂ ਚਲਵਾਵੇ, ਉੱਥੇ ਮੌਤਾਂ ਹੋਣ, ਅਸੀਂ ਸਰਕਾਰ ਨੂੰ ਸਿੱਖਾਂ ਦੀ ਕਾਤਲ ਦਿਖਾਈਏ। ਇਹ ਇਸ ਤਰ੍ਹਾਂ ਦੀ ਰੰਗਤ ਪੂਰੀ ਦੁਨੀਆ 'ਚ ਦੇਣਾ ਚਾਹੁੰਦੇ ਸੀ। ਇਹ ਤਾਂ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਸਲੂਟ ਕਰੋ, ਔਰ ਦਿੱਲੀ ਪੁਲਿਸ ਨੂੰ, ਜਿਹਦੇ ਤੇ ਹਮਲਾ ਹੋਇਆ 30 ਫੁੱਟ ਤੋਂ ਨੀਚੇ ਗਿਰ ਗਏ, ਅਸਲਾ ਵੀ ਕੋਲ ਸੀ, ਲੱਠ ਵੀ ਕੋਲ ਸੀ, ਨਹੀਂ ਚਲਾਏ ਕਿਉਂਕਿ ਅਨੁਸ਼ਾਸਨ 'ਚ ਰਹਿਣਾ ਸੀ। ਇਸ ਕਰਕੇ ਉਹਨਾਂ ਨੂੰ ਸਲੂਟ ਕਰਨਾ ਚਾਹੀਦਾ। ਇਹਨਾਂ ਨੇ ਕੋਈ ਕਮੀ ਨਹੀਂ ਛੱਡੀ, ਔਰ ਇਹਨਾਂ ਨੂੰ ਇਸ ਦੇ ਨਤੀਜਿਆਂ ਦਾ ਭੁਗਤਾਨ ਵੀ ਕਰਨਾ ਪੈਣਾ। ਕੇਸ ਬਣੇ ਹੋਏ ਆ, ਸਭ ਕੁਝ ਹੈ। ਕਿੰਨੀ ਕੁ ਦੇਰ ਭੱਜ ਲੈਣਗੇ? ਕਿੰਨੀ ਕੁ ਦੇਰ ਹੁਣ ਖਹਿਰਾ ਸਾਹਿਬ ਨੇ ਭੱਜ ਲਏ ਨੇ, ਆਖਰ ਆ ਗਏ ਨਾ। ਮੈਂ ਸਾਰੀ ਚੀਜ਼ਾਂ ਦਾ ਜ਼ਿਕਰ ਕਰੂੰਗਾ, FCI ਦਾ ਵੀ ਜ਼ਿਕਰ ਕਰੂੰਗਾ, ਖਹਿਰਾ ਸਾਹਿਬ ਦਾ ਵੀ ਜ਼ਿਕਰ ਕਰੂ, ਸਦਨ 'ਚ ਜੋ ਕੈਪਟਨ ਅਮਰਿੰਦਰ ਸਿੰਘ ਨੇ ਬੋਲਿਆ ਉਹ ਵੀ ਜ਼ਿਕਰ ਕਰੂੰਗਾ। ਪਰ ਤੁਸੀਂ ਕਿਆ ਰੰਗਤ ਦੇਣੀ ਚਾਹੁੰਦੇ ਆ? ਪਰ ਉਹ ਸਵਾਲ ਇਹ ਖੜੇ ਕਰਦੇ ਆ ਕਿ ਗਰੇਵਾਲ ਹੋਰੀ ਬਿਆਨ ਦਿੰਦੇ ਅੱਤਵਾਦੀ ਟੈਰਰਿਸਟ ਹੈ, ਤੇ ਭਾਜਪਾ ਦੇ ਮੁੱਖ ਮੰਤਰੀ ਤੱਕ ਇਹੋ ਜਿਹੇ ਬਿਆਨ ਦੇ ਦਿੰਦੇ ਅੱਤਵਾਦੀ ਟੈਰਰਿਸਟ ਇਕੱਲੇ ਪੰਜਾਬ ਦਾ ਅੰਦੋਲਨ ਹੈ। ਇਹ ਵੀ ਤਾਂ ਸੀਮਿਤ ਕਰਨਾ ਚਾਹੁੰਦੇ ਅੰਦੋਲਨ ਨੂੰ, ਇਹ ਵੀ ਤਾਂ ਇੱਕ ਪਾਸੇ ਰੱਖਣਾ ਚਾਹੁੰਦੇ ਇਹ ਸਿੱਖਾਂ ਦਾ ਅੰਦੋਲਨ ਹੈ। ਅਜਿਹੇ ਬਿਆਨ ਦੇ ਦਿੰਦੇ ਹੈਗੇ। ਕਿਸੇ ਨੇ ਨਹੀਂ ਕਿਹਾ ਇਹ ਪੰਜਾਬ ਦਾ ਅੰਦੋਲਨ ਆ, ਕਿਸੇ ਨੇ ਨਹੀਂ ਕਿਹਾ ਇਹ ਅੱਤਵਾਦੀਆਂ ਦਾ ਅੰਦੋਲਨ ਆ। ਇਹ ਤਾਂ ਮੂੰਹ 'ਚ ਪਾ ਕੇ ਕਹਿਣ ਵਾਲੀਆਂ ਗੱਲਾਂ ਨੇ ਮੀਡੀਆ ਦੀਆਂ। ਅਸੀਂ ਕਹਿੰਦੇ ਆ ਕਿ ਜਿਹੜੇ ਲੀਡਰ ਨੇ ਉਹ ਵਿਚਾਰਧਾਰਕ ਤੌਰ ਤੇ, ਜਿਨ੍ਹਾਂ ਦੀਆਂ ਛੋਟੀਆਂ ਜਥੇਬੰਦੀਆਂ ਨੇ, ਇਹ ਰੁਲਦੂ ਸਿੰਘ ਕੀ ਆ, ਤੁਸੀਂ ਉਦੋਂ ਦੇਖਿਆ, ਉਹਦੀ ਘਰ ਵਾਲੀ ਕਹਿ ਰਹੀ ਹੈ ਕਿ ਕਾਮਰੇਡ ਆ। ਜੋਗਿੰਦਰ ਗੁਰਾਹਾਂ ਦੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ, ਤੁਸੀਂ ਉਹਨਾਂ ਨੂੰ ਮਾਓਵਾਦੀ ਦੱਸਿਆ ਹੁਣੇ। ਮਾਓਵਾਦੀ ਭਾਈ, ਨਾਗੀ ਰੈਡੀ ਕੀ ਆ? ਨਾਗੀ ਰੈਡੀ ਜਿਹੜਾ ਹੈਗਾ ਗਰੁੱਪ, ਉਹ ਕੀ ਆ? ਉਹ ਮਾਓਵਾਦੀ ਆ, ਆਂਧਰਾ ਦਾ ਸੀ ਨਾਗੀ ਰੈਡੀ। ਠੀਕ ਹੈ, ਉਹਦੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਨੇ, ਤੇ ਉਹਦੇ 'ਚ ਮਾਓਵਾਦੀ ਹੈ ਜਾਂ ਨਹੀਂ ਹੈ? ਫਿਰ ਇਹ ਠੀਕ ਹੈ ਕਿ ਬਾਕੀ ਕਿਸਾਨਾਂ ਨੂੰ ਕੁਝ ਨਹੀਂ ਪਤਾ ਬਈ ਕੀ ਹੋ ਰਿਹਾ ਸਾਡੇ ਨਾਲ। ਉਹ ਤਾਂ ਆਪਦੀ ਲੜਾਈ ਲੜਨ ਗਏ ਆ, ਉਹ ਲੜਾਈ ਲੜਨ 'ਚ ਲੀਡਰ ਹੀ ਲੈ ਕੇ ਬਹਿ ਗਏ। ਤੇ ਫਿਰ ਲੀਡਰਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਲੈਂਦੇ ਤੁਸੀਂ, ਜੇ ਤੁਹਾਨੂੰ ਮਾਓਵਾਦੀ ਲੱਗਦੀ? ਕਿਉਂ ਇੰਨੀ ਜਲਦੀ ਕੀ ਆ? ਇੰਨੀ ਜਲਦੀ ਕੀ ਆ? ਇਹ ਤਾਂ ਜਨਤਾ ਕਹੂਗੀ ਕਿ ਇਹਨਾਂ ਨੂੰ ਗ੍ਰਿਫਤਾਰ ਕਰੋ। ਕਿਸਾਨ ਕਹਿਣਗੇ ਕਿ ਇਹਨਾਂ ਨੂੰ ਮਾਰੋ, ਇਹਨਾਂ ਨੂੰ ਫੜੋ, ਇਹਨਾਂ ਨੇ ਸਾਨੂੰ ਗੁੰਮਰਾਹ ਕੀਤਾ। ਅਸੀਂ ਨਹੀਂ ਕੁਝ ਕਹਿਣਾ। ਇਹ ਸਾਰਾ ਕੁਝ ਆ ਜਾਣੀ ਹੈ ਨੌਬਤ, ਤੁਸੀਂ ਦੇਖੋ। ਤੁਹਾਨੂੰ ਨਹੀਂ ਲੱਗਦਾ ਤੁਸੀਂ ਇਸ ਵਕਤ ਲੋਕਾਂ 'ਚ ਨਹੀਂ ਵਿਚਰ ਸਕਦੇ, ਲੋਕਾਂ 'ਚ ਨਹੀਂ ਜਾ ਸਕਦੇ? ਕਿਤੇ ਨਾ ਕਿਤੇ ਪਾਰਟੀ ਫੇਲ ਹੋਈ ਆ ਉਸ ਪੱਧਰ ਉੱਪਰ, ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੁਸੀਂ ਕਹਿੰਦੇ ਭਾਜਪਾ। ਮੈਂ ਆ ਰਿਹਾ ਗਰੇਵਾਲ ਸਾਹਿਬ, ਆ ਰਿਹਾ। ਭਾਜਪਾ ਸਭ ਤੋਂ ਵੱਡੀ ਪਾਰਟੀ ਕਹਿੰਦੇ ਦੁਨੀਆ ਦੀ, ਤੁਸੀਂ ਕਹਿੰਦੇ ਉਹਨਾਂ ਨੇ ਗੁੰਮਰਾਹ ਕਰਤਾ, ਉਹ 2-4 ਕਿਸਾਨਾਂ ਨੇ ਗੁੰਮਰਾਹ ਕਰਤਾ। ਤੁਹਾਡੀ ਦੁਨੀਆ ਦੇ ਸਭ ਤੋਂ ਜ਼ਿਆਦਾ ਵਰਕਰ ਹੈਗੇ, ਤੁਸੀਂ ਕਿਉਂ ਨਹੀਂ ਸਮਝਾ ਸਕੇ ਫਿਰ? ਅਰੇ ਭਾਈ, ਅਸੀਂ ਇਹਨਾਂ ਇਲਾਕਿਆਂ 'ਚ ਸਾਡਾ ਜਿਹੜਾ ਬਹੁਤ ਜ਼ਿਆਦਾ ਕੰਮ ਹੈ ਨਹੀਂ ਗ੍ਰਾਸ ਰੂਟ ਲੈਵਲ 'ਤੇ। ਜਿਹੜੀ ਸੱਚਾਈ ਹੈ ਉਹ ਮੰਨਣੀ ਚਾਹੀਦੀ ਹੈ। ਠੀਕ ਹੈ, ਔਰ ਸਾਡੇ ਵਰਕਰ ਜਿਹੜੇ ਹੈਗੇ, ਸਾਡਾ ਕੈਡਰ ਆ। BJP ਜਿਹੜੀ ਹੈ ਕੈਡਰ ਬੇਸਡ ਕਮ ਮਾਸ ਬੇਸ ਆਰਗੇਨਾਈਜੇਸ਼ਨ ਆ। ਜਿਹੜੀ ਕਾਂਗਰਸ ਆ ਇਹ ਮਾਸ ਬੇਸ ਆਰਗੇਨਾਈਜੇਸ਼ਨ ਆ। ਜੇ ਤਾਂ ਜਨਤਾ ਇਹਦੇ ਨਾਲ ਲੱਗ ਗਈ ਤਾਂ ਜਿੱਤ ਗਈ, ਨਹੀਂ ਤਾਂ ਇਹਦਾ ਕੋਈ ਵਰਕਰ ਨਹੀਂ ਲੱਭਦਾ, ਲੀਡਰ ਰਹਿ ਜਾਂਦੇ ਆ। ਸਾਡੇ ਉਹ ਜਿਹੜੇ ਵਰਕਰ ਨੇ, ਜਿਹੜੇ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਉਹ ਰਹਿੰਦੇ ਆ। ਸਾਡੇ ਪਾਰਟੀ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ। ਕਸ਼ਮੀਰ 'ਚ ਵੀ 26 ਸੀਟਾਂ ਨੇ ਵੈਲੀ ਦੀਆਂ, ਵਿਧਾਨ ਸਭਾ ਦੀਆਂ। ਹੁਣ ਤਾਂ ਵਿਧਾਨ ਸਭਾ ਹੈ ਨਹੀਂ,
ਹਰ ਵਾਰ ਸਾਡੇ 5-6 ਵਰਕਰਾਂ ਦੇ ਗੋਲੀਆਂ ਮਾਰ ਦਿੰਦੇ ਸੀ। ਉੱਥੇ ਵੀ ਅਸੀਂ ਚੋਣਾਂ ਲੜੀਆਂ, ਉੱਥੇ ਦੀ ਸਰਕਾਰ ਬਣਾਈ, ਅਸੀਂ ਰਾਜ ਕੀਤਾ। ਠੀਕ ਹੈ, ਇਸੇ ਤਰ੍ਹਾਂ ਬਾਕੀ ਜਗ੍ਹਾ ਵੀ, ਜਿਸ ਤਰ੍ਹਾਂ ਹੁਣ ਬੰਗਾਲ ਆ, ਸਰਕਾਰ ਕਿਹਦੇ ਨਾਲ ਬਣਾਈ, ਇਹ ਸਵਾਲ ਖੜੇ ਹੁੰਦੇ ਆ। ਕੋਈ ਗੱਲ ਨਹੀਂ, ਉਹ ਤਾਂ ਬਣਾਉਣੀ ਹੁੰਦੀ ਹੈ, ਇਹਨਾਂ ਦਾ ਖ਼ਤਮ ਕਰਨ ਲਈ ਬਣਾਉਣੀ ਵੀ ਸੀ। ਤੇ 130 ਵਰਕਰ ਸਾਡੇ ਵੈਸਟ ਬੰਗਾਲ 'ਚ ਹੱਤਿਆ ਕਰਤੀ, ਉਹਨਾਂ ਦੀ ਸ਼ਹੀਦ ਕਰਤੇ। ਉੱਥੇ ਵੀ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ। ਠੀਕ ਹੈ, ਹਾਲਾਂਕਿ ਇਹ ਜਿਹੜੇ ਮਾਓਵਾਦੀ ਨੇ, ਲੈਫਟਿਸਟ ਨੇ, ਇਹ ਨੰਗੇ ਹੋ ਗਏ, ਕਹਿੰਦੇ ਅਸੀਂ ਵੈਸਟ ਬੰਗਾਲ 'ਚ ਵੀ ਪ੍ਰਚਾਰ ਕਰਾਂਗੇ ਤੁਹਾਡੇ ਖਿਲਾਫ। ਅਸੀਂ ਕਹਿੰਦੇ ਆਓ ਕਰਕੇ ਦੇਖ ਲਓ, ਤੁਸੀਂ ਆਪਣੀ ਤਾਕਤ ਦੇਖੋ। ਕੁਛ 2-3 ਮਹੀਨਿਆਂ ਬਾਅਦ ਪੰਜਾਬ 'ਚ ਵੀ ਅਸੀਂ ਕਹਿਣਾ ਕਿ ਆਓ ਸਾਡੇ ਸਾਹਮਣੇ ਲੜੋ, ਸਾਨੂੰ ਮਾਰੋ, ਤੁਸੀਂ ਮਾਰ ਸਕਦੇ ਹੋ, ਤੁਸੀਂ ਮਾਰਨ ਨੂੰ ਫਿਰਦੇ ਹੋ, ਅਸੀਂ ਮਰਨ ਨੂੰ ਫਿਰਦੇ ਹਾਂ। ਉਹ ਇੱਥੇ ਵੀ ਅਸੀਂ ਸਰਕਾਰ ਬਣਾਵਾਂਗੇ। ਅੱਜ ਵੀ ਮੈਂ ਕਹਿੰਦਾ ਗਰੇਵਾਲ ਸਾਹਿਬ, ਜਿਸ ਹਿਸਾਬ ਨਾਲ ਤੁਸੀਂ ਦਾਅਵਾ ਕਰ ਰਹੇ ਹੋ, ਲੱਗਦਾ ਕਿ ਇਸ ਰੋਬ ਦੇ ਨਾਲ, ਜਿਸ ਹਿਸਾਬ ਨਾਲ ਤੁਸੀਂ ਵਿਰੋਧ ਪਈ ਭਾਸ਼ਾ ਵਿੱਚ ਬੋਲ ਰਹੇ ਹੋ ਕਿ ਤੁਸੀਂ ਆਓ ਸਾਨੂੰ, ਅਸੀਂ ਸਿੱਧਾ ਚੈਲੰਜ ਕਰਦੇ ਹਾਂ, ਮਾਓਵਾਦੀ ਹੋ ਤੁਸੀਂ, ਸਿੱਧਾ ਚੈਲੰਜ ਕਰਦੇ ਹਾਂ, ਤੁਹਾਨੂੰ ਪੰਜਾਬ 'ਚੋਂ ਖੜਨ ਦੇ ਦੇਣਗੇ, ਤੁਹਾਨੂੰ ਲੱਗਦਾ ਇਸ? ਹੁਣ ਚੱਲਿਆ ਨਾ, ਰਾਜਪੁਰੇ ਦੇ ਦਫ਼ਤਰ ਹੀ ਚੱਲੇ ਆ ਜਾਓ, ਨਾਲ ਚੱਲੋ, ਦੇਖ ਲਓ। ਰੋਜ਼ ਮੈਂ ਜਦੋਂ ਵੀ ਮੇਰਾ ਠੀਕ ਹੁੰਦਾ, ਹੁਣ ਤਾਂ ਮੈਂ ਪਹਿਲਾਂ ਠੀਕ ਨਹੀਂ ਸੀ, 10-12 ਦਿਨ ਨਹੀਂ ਗਿਆ, ਹੁਣ ਜਾ ਰਹੇ ਤੇ ਮੈਂ ਸਾਰਾ ਦਿਨ ਲਗਾ ਕੇ ਆਉਣਾ ਉੱਥੋਂ। ਤੇ ਐਸੀ ਕੋਈ ਗੱਲ ਨਹੀਂ ਹੈ, ਜਿੱਥੇ ਜਾਣਾ ਜਾਂਦੇ ਹਾਂ, ਜਿੱਥੇ ਵਿਰੋਧ ਕਰਨਾ ਸਾਡਾ ਵਿਰੋਧ ਕਰਨ, ਪੱਥਰ ਮਾਰਨ, ਗੋਲੀਆਂ ਮਾਰਨ, ਅਸੀਂ ਤਿਆਰ ਹਾਂ ਉਹਦੇ ਲਈ। ਅਸੀਂ ਕੋਈ ਇਹਨਾਂ ਤੋਂ ਡਰਦੇ ਨਹੀਂ ਹੈਗੇ। ਅਸੀਂ ਤਾਂ ਪੰਜਾਬ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜ ਕੇ ਰੱਖਣਾ, ਪੰਜਾਬ 'ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣੀ ਆ। ਉਹਦੇ ਲਈ ਉਹ ਹਥਿਆਰੇ ਨੇ, ਉਹ ਮਾਰਨਾ ਚਾਹੁੰਦੇ ਨੇ, ਅਸੀਂ ਮਰਨਾ ਚਾਹੁੰਦੇ ਹਾਂ। ਆ ਜਾਓ। ਇਹ ਵੀ ਸਵਾਲ ਖੜੇ ਕਰਦੇ, ਹਿੰਦੂਤਵ ਦਾ ਏਜੰਡਾ ਲੈ ਕੇ ਚੱਲਦੇ ਆ ਪੰਜਾਬ 'ਚ। ਹਰਜੀਤ ਗਰੇਵਾਲ ਵੀ ਹੁਣ ਉਸੇ ਵਿੱਚ ਸ਼ਾਮਲ ਹੋ ਗਏ ਆ, ਉਸੇ ਪਟੜੀ ਤੇ ਉਸੇ ਜਿਹੜੀ ਬੇੜੀ 'ਚ ਸਵਾਰ ਹੋ ਗਏ ਆ ਕਿ ਹਿੰਦੂਤਵ ਦਾ ਏਜੰਡਾ ਲੈ ਕੇ ਪੰਜਾਬ 'ਚ ਵੀ ਆ ਗਿਆ, ਪਰ ਇਹ ਪੰਜਾਬ 'ਚ ਹੁਣ ਚੱਲਣ ਨਹੀਂ ਦੇਣਾ ਸੀ। ਅਰੇ ਕੀ ਗੱਲ ਕਰਦੇ ਹੋ? ਇਸ ਤੋਂ ਵੱਡੀ ਡੈਮੋਕ੍ਰੇਸੀ ਕਿਹੜੀ ਹੋ ਸਕਦੀ ਆ? ਤੁਸੀਂ ਪਾਕਿਸਤਾਨ 'ਚ ਜਾ ਕੇ ਇਸਲਾਮ ਦੇ ਖਿਲਾਫ ਬੋਲ ਕੇ ਦੱਸੋ, ਉਹ ਈਸ਼ ਨਿੰਦਾ ਦੇ ਚੱਕਰ 'ਚ ਫਾਂਸੀ ਤੇ ਲਟਕਾ ਦੇਣਗੇ। ਇੰਨੀ ਗੱਲ ਕਰਦੇ ਹੀ, ਇੰਨੀ ਗੱਲ ਹੀ ਕਰਦੇ ਹੋ ਜਾ ਕੇ ਪੱਤਰਕਾਰ ਦੇ ਨਾਤੇ ਇਸਲਾਮ ਦੇ ਬਾਰੇ 'ਚ। ਪਰ ਇੱਥੇ ਹਿੰਦੂ ਬਹੁਤ ਸੰਖਿਅਕ ਨੇ, ਉਹਨਾਂ ਨੂੰ ਕੋਈ ਵੀ, ਚਾਹੇ ਹਿੰਦੂ ਲੀਡਰ ਵੀ ਕਿਸੇ ਹੋਰ ਪੋਲੀਟੀਕਲ ਪਾਰਟੀ ਦਾ, ਜਦੋਂ ਤੱਕ ਗਾਲਾਂ ਨਾ ਦੋ ਕੱਢ ਲੈਣਾ, ਉਹਨੂੰ ਲੱਗਦਾ ਨਹੀਂ ਕਿ ਮੈਂ ਡੈਮੋਕ੍ਰੇਸੀ 'ਚ ਬੈਠਾ ਤੇ ਮੈਂ ਲੀਡਰ ਬਣ ਗਿਆ। ਇਹ ਕੋਈ ਗੱਲ ਆ? ਬਹੁਤ ਸੰਖਿਅਕ ਦਾ ਸਤਿਕਾਰ ਕਰਨਾ, ਸਨਮਾਨ ਕਰਨਾ ਸਾਡਾ ਫਰਜ਼ ਆ। ਉਹ ਸਾਡਾ ਮਿਨੋਰਟੀ ਦਾ ਕਰਨਗੇ, ਅਸੀਂ ਉਹ ਕਰਦੇ ਆ। ਕੋਈ ਹਿੰਦੂ ਕਦੇ ਕਿਸੇ ਨੂੰ ਗਾਲਾਂ ਕੱਢਦਾ ਮੈਂ ਨਹੀਂ ਦੇਖਿਆ। ਔਰ ਇਹ ਬਿਨਾਂ ਹੀ ਗੱਲਬਾਤ ਤੋਂ ਆ ਪੰਜਾਬ 'ਚ ਇੱਕ ਨਵੀਂ ਪਰੰਪਰਾ ਚੱਲ ਗਈ, ਹਿੰਦੂਵਾਦੀ ਏਜੰਡਾ, ਹਿੰਦੂਵਾਦੀ ਏਜੰਡਾ। ਇਹ ਸਵਾਲ ਪਤਾ ਕਿਉਂ ਖੜੇ ਹੁੰਦੇ? ਜਦੋਂ ਪਾਰਲੀਮੈਂਟ ਦਾ ਉਦਘਾਟਨ ਹੁੰਦਾ ਹੈ ਹਿੰਦੂ ਰੀਤੀ ਰਿਵਾਜਾਂ ਨਾਲ, ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਹੈ, ਭਾਰਤ ਇੱਕ ਸੈਕੂਲਰ ਦੇਸ਼ ਹੈ, ਇਸੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ। ਜਦੋਂ ਉਦਘਾਟਨ ਹਿੰਦੂ ਰੀਤਾਂ ਨਾਲ ਹੁੰਦਾ, ਬਾਕੀ ਧਰਮਾਂ ਦੇ ਨਾਲ ਕਿਉਂ ਨਹੀਂ ਹੋਇਆ ਫਿਰ? ਇੱਕ ਮਿੰਟ, ਤੁਸੀਂ ਇੰਡੋਨੇਸ਼ੀਆ ਗਏ ਹੋ? ਜਾ ਕੇ ਦੇਖੋ, ਉੱਥੇ ਰਮਾਇਣ ਦੀ ਗੱਲ ਹੁੰਦੀ ਆ, ਉੱਥੇ ਮਹਾਭਾਰਤ ਦੀ ਗੱਲ ਹੁੰਦੀ ਆ, ਉੱਥੇ ਭਗਵਾਨ ਸ਼੍ਰੀ ਰਾਮ ਦੀ ਪੂਜਾ ਹੁੰਦੀ ਆ। ਹਾਂਜੀ, ਤੇ ਉਸ ਵੇਲੇ ਤਾਂ ਕੋਈ ਸਵਾਲ ਨਹੀਂ ਪੈਦਾ ਕਰਦਾ, ਉਹ ਇਸਲਾਮਿਕ ਕੰਟਰੀ ਆ। ਇੱਥੇ ਜੇ ਭਗਵਾਨ ਸ਼੍ਰੀ ਰਾਮ ਦਾ ਨਾਮ ਲੈ ਲਿਆ ਤੇ ਉਹ ਪੱਥਰ ਮਾਰਨ ਪੈਂਦੇ ਆ। ਗਰੇਵਾਲ ਸਾਹਿਬ, ਨਾਮ ਲੈਣ ਨੂੰ ਕਿਸੇ ਨੂੰ ਦਿੱਕਤ? ਤੁਸੀਂ ਰਾਮ ਮੰਦਿਰ ਤੇ ਬਹੁਤ ਚੰਦਾ ਇਕੱਠਾ ਕੀਤਾ ਬਣ ਰਿਹਾ, ਚੰਗੀ ਗੱਲ ਹੈ, ਦੇਸ਼ ਦਾ ਮਾਨ ਸਤਿਕਾਰ ਵਧੂਗਾ। ਪਰ ਜਦੋਂ ਇੱਕ ਪਾਰਲੀਮੈਂਟ, ਇੱਕ ਸੈਕੂਲਰ ਸੰਵਿਧਾਨਿਕ ਸੰਸਥਾ ਦਾ ਉਦਘਾਟਨ ਹੁੰਦਾ, ਸਵਾਲ ਉੱਥੇ ਖੜੇ ਹੁੰਦੇ ਆ। ਅਰੇ ਬਈ, ਬਹੁਤ ਸੰਖਿਅਕ ਆ, ਉਹਨਾਂ ਦੀ ਰਿਸਪੈਕਟ ਕਰਨੀ ਆ, ਉਸ 'ਚ ਸਾਰਿਆਂ ਦੀ ਮਾਨਤਾ ਹੈਗੀ ਆ। ਮੈਂ ਖੁਦ ਮੰਦਿਰ ਚਲਾ ਜਾਂਦਾ, ਕਿੰਨੇ ਸਿੱਖ ਆ ਜਿਹੜੇ ਜਾਂਦੇ ਆ, ਮਜ਼ਾਰਾਂ ਤੇ ਵੀ ਬਹੁਤ ਜਾਂਦੇ ਆ, ਤੇ ਉਹਨਾਂ ਨੂੰ ਰੋਕ ਲਓ ਨਾ, ਫਿਰ ਕਿਉਂ ਨਹੀਂ ਰੋਕਦੇ? ਤੇ ਫਿਰ ਬਾਕੀ ਧਰਮ ਕਿਉਂ ਪਿੱਛੇ ਕਰ ਦਿੰਦੇ, ਬਾਕੀ ਧਰਮ ਕਿਉਂ ਪਿੱਛੇ ਕਰ ਦਿੱਤੇ ਜਾਂਦੇ ਆ? ਬਈ ਤੁਸੀਂ ਆਪਣਾ ਧਰਮ ਪ੍ਰਚਾਰ ਤਾਂ ਕਰੋ, ਉਹ ਤਾਂ ਕਰਦੇ ਨਹੀਂ। ਕਿਸਾਨ ਅੰਦੋਲਨ 'ਚ ਜਾ ਕੇ ਉੱਥੇ ਮਰਨਾ। ਮਤਲਬ ਹਿੰਦੂ ਧਰਮ ਦਾ ਪ੍ਰਚਾਰ ਹੋਊਗਾ, ਤੁਸੀਂ ਸਿੱਖ ਧਰਮ ਦਾ ਜਾਂ ਮੁਸਲਿਮ ਧਰਮ ਦਾ ਪ੍ਰਚਾਰ ਸਰਕਾਰ ਨਹੀਂ ਕਰੂਗੀ? ਅਸੀਂ ਕਦੋਂ ਰੋਕਿਆ? ਮੈਂ ਤਾਂ ਪ੍ਰਧਾਨ ਮੰਤਰੀ ਦਾ ਫਰਜ਼ ਆ। ਮੈਂ ਤਾਂ ਕਹਿਣਾ ਕਰੋ, ਕੀ ਪ੍ਰਧਾਨ ਮੰਤਰੀ ਕਰਨਗੇ? ਪ੍ਰਧਾਨ ਮੰਤਰੀ ਕਿਸੇ ਧਰਮ ਦਾ ਨਹੀਂ ਪ੍ਰਚਾਰ ਕਰਦੇ। ਹਿੰਦੂਤਵ ਦਾ ਕੀਤਾ ਤਾਂ ਹੈ। ਪ੍ਰਧਾਨ ਮੰਤਰੀ ਹਿੰਦੂ ਨੇ। ਜੇ ਮੈਂ ਗੁਰਦੁਆਰਾ ਸਾਹਿਬ ਦੀ ਅਰਦਾਸ ਕਰਾਉਣਾ ਤਾਂ ਮੈਂ ਸਿੱਖ ਹਾਂ, ਮੈਂ ਕਰਵਾ ਸਕਦਾ ਕਿਤੇ ਵੀ। ਇਸ ਕਰਕੇ ਫਿਰ ਕੀ ਹੋ ਗਿਆ? ਇਹਦੇ ਤੋਂ ਵੀ ਰੋਕੋਗੇ? ਇਹ ਕੋਈ ਨਹੀਂ ਰੋਕ ਸਕਦਾ। ਇੱਕ ਸਵਾਲ ਹੋਰ ਵੀ ਖੜਾ ਹੋ ਰਿਹਾ, ਕਿਉਂਕਿ ਤੁਸੀਂ ਕਾਫੀ ਅੱਜ ਕੱਲ੍ਹ ਚਰਚਾ ਰਹਿੰਦੇ, FCI ਨੂੰ ਲੈ ਕੇ ਵੀ ਸਵਾਲ ਖੜਾ ਹੋ ਗਿਆ ਕਿ FCI ਦੇ ਨਾਲ ਆੜ੍ਹਤੀਆਂ ਦੀ ਪਿੱਠ 'ਤੇ ਛੁਰਾ ਮਾਰ ਰਹੀ ਹੈ ਸਰਕਾਰ। ਨਵਾਂ ਫਰਮਾਨ ਲੈ ਗਈ, ਪੈਸੇ ਸਿੱਧੇ ਕਿਸਾਨਾਂ ਦੇ ਅਕਾਊਂਟਾਂ 'ਚ ਪਾਏ ਜਾਣਗੇ। ਮਤਲਬ MSP ਖਤਮ ਕਰਨਾ ਚਾਹੁੰਦੀ ਹੈ ਸਰਕਾਰ। ਪੰਜਾਬ ਸਰਕਾਰ ਨੇ ਵੀ ਨਿਸ਼ਾਨਾ ਸਾਧਿਆ, ਅਕਾਲੀ ਦਲ ਨੇ ਵੀ ਨਿਸ਼ਾਨਾ ਸਾਧਿਆ, ਆਮ ਆਦਮੀ ਪਾਰਟੀ ਨੇ ਵੀ ਨਿਸ਼ਾਨਾ ਸਾਧਿਆ। ਇਸ ਤਰ੍ਹਾਂ ਪਹਿਲੀ ਗੱਲ ਤਾਂ ਜੇ ਕੋਈ ਅੱਛਾ ਕੰਮ ਹੋਵੇ ਨਾ, ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਹੁਣ ਪਿਛਲੀ ਵਾਰ ਕੀ ਰੌਲਾ ਪੈ ਰਿਹਾ ਸੀ, ਕਿਸਾਨ ਯੂਨੀਅਨ ਵਾਲੇ ਪਾ ਰਹੇ ਸੀ, ਟਰੱਕ ਵੀ ਫੜ ਰਹੇ ਸੀ, ਇਹ ਕਿ ਯੂਪੀ ਤੋਂ ਬਿਹਾਰ ਤੋਂ ਆ ਕੇ ਅਨਾਜ ਇੱਥੇ ਵਿਕਦਾ MSP ਦੇ ਰੇਟ ਤੇ। ਠੀਕ ਹੈ, ਉਹਦੇ 'ਚ ਸਰਕਾਰੀ ਅਧਿਕਾਰੀ, ਪੋਲੀਟੀਸ਼ੀਅਨ, ਠੀਕ ਹੈ, ਤੇ ਵਪਾਰੀ, ਇਹ ਤਿੰਨਾਂ ਦਾ ਨੈਕਸਸ, ਹਜ਼ਾਰਾਂ ਕਰੋੜ ਦੀ ਲੁੱਟ ਕਰਦੇ ਆ।
78 ਮਿਲੀਅਨ ਟਨ ਅਨਾਜ ਹੀ ਖਰੀਦਿਆ ਜਾਣਾ। 280 ਮਿਲੀਅਨ ਟਨ ਪੈਦਾ ਹੁੰਦਾ, ਐਤਕੀ ਸ਼ਾਇਦ 300 ਦੇ ਕਰੀਬ ਹੋ ਜਾਏ, ਜਾਂ ਜੇ ਝਾੜ ਘੱਟ ਨਿਕਲਿਆ ਤਾਂ ਹੋਰ ਘੱਟ ਜਾਊਗਾ। ਤੇ 78 ਮਿਲੀਅਨ ਟਨ ਪੀਡੀਐਸ ਲਈ ਖਰੀਦਿਆ ਜਾਂਦਾ, ਉਹ ਐਮਐਸਪੀ ਤੇ ਖਰੀਦਿਆ ਜਾਂਦਾ। 60% ਪੰਜਾਬ ਚੋਂ ਖਰੀਦਦੇ ਆ ਔਰ 30% ਹਰਿਆਣੇ ਚੋਂ ਖਰੀਦਦੇ ਆ, 10% ਨੈਸ਼ਨਲ ਕੈਪੀਟਲ ਟੈਰੀਟਰੀ ਚੋਂ ਖਰੀਦਦੇ ਆ। ਠੀਕ ਹੈ, ਉਨਾ ਹੀ ਖਰੀਦਿਆ ਜਾਣਾ ਨਾ। ਉਹ ਜਿਹੜੀ ਲੁੱਟ ਹੋ ਰਹੀ ਸੀ, ਉਹ ਜਿਹੜੀ ਗਲਤ ਕੰਮ ਹੋ ਰਿਹਾ ਸੀ, ਉਸ ਨੂੰ ਰੋਕਣ ਲਈ ਕਿਸਾਨ ਦੇ ਖਾਤਿਆਂ 'ਚ ਪੇਮੈਂਟ ਜਾਵੇ ਜ਼ਰੂਰੀ ਸੀ। ਫਿਰ ਹੁਣ 40% ਕਿਸਾਨ ਜਿਹੜੇ ਆ ਉਹ ਲੀਜ਼ ਤੇ ਲੈ ਕੇ ਕਰਦੇ ਆ, ਠੇਕੇ ਤੇ ਲੈ ਕੇ। ਉਹਨਾਂ ਦੀ ਇੱਕ ਸਮੱਸਿਆ ਹੈਗੀ, ਉਹਦਾ ਸਮਾਧਾਨ ਕਰਨਾ ਚਾਹੀਦਾ। ਔਰ ਉਹਦੇ ਨਾਲ ਇਹ ਵੀ ਪਤਾ ਲੱਗ ਜੂ ਕਿ ਕਿਹੜੇ ਕਿਹੜੇ ਕਿਸਾਨ ਖੇਤੀ ਕਰਦੇ ਆ, NRI ਕਿਹੜੇ ਆ, ਆਈਡੈਂਟੀਫਿਕੇਸ਼ਨ ਟੋਟਲ ਹੋ ਜਾਏਗੀ। ਉਹ ਕੋਈ ਬੁਰੀ ਗੱਲ ਤਾਂ ਨਹੀਂ ਹੈ। ਔਰ ਉਹ ਕਿਸਾਨ ਦੇ ਖਾਤੇ 'ਚ ਪੈਸਾ ਜਾਊ, ਉਹ ਵਪਾਰੀ, ਸਰਕਾਰੀ ਅਧਿਕਾਰੀ ਤੇ ਪੋਲੀਟੀਸ਼ੀਅਨ ਜਿਹੜੇ ਆ ਉਹਦੇ ਨੈਕਸਸ ਟੁੱਟ ਜਾਣਗੇ, ਉਹਨਾਂ ਦਾ ਨੁਕਸਾਨ ਹੋਊਗਾ। ਬੜੇ ਘਰਾਣੇ ਰੌਲਾ ਪਾਉਂਦੇ ਆ, ਉਹਦੇ 'ਚ ਸਾਰੇ ਪੋਲੀਟੀਸ਼ੀਅਨ ਇਨਵੋਲਵ ਨੇ। ਕਾਂਗਰਸ ਦੇ ਜਿੰਨੇ MLA ਆ ਇਹ ਇਨਵੋਲਵ ਸੀ ਇਸ ਕੰਮ 'ਚ ਇਸ ਵਾਰ। ਤੇ ਇਸ ਕਰਕੇ ਇਹ ਜਿਹੜੀ ਗਲਤ ਕੰਮ ਨੇ ਉਹ ਰੁਕਣੇ ਆ, ਉਹਦੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ। ਉਹ ਸਰਕਾਰੀ ਮੰਤਰੀ ਤੇ ਚਲੋ ਉਹਨਾਂ ਦੀ ਗੱਲ ਸਮਝ ਸਕਦੇ, ਉਹਨਾਂ ਦਾ ਕਿਤੇ ਨਾ ਕਿਤੇ ਇਨਵੈਸਟਮੈਂਟ ਹੋ ਸਕਦਾ। ਕੋਈ ਵੀ MLA ਕੁਝ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ ਸਹੀ ਹੋ ਸਕਦੇ, ਮੈਂ ਮੰਨਦਾ। ਪਰ ਜਿਹੜੇ ਆੜ੍ਹਤੀ ਹੈ 1 ਅਪ੍ਰੈਲ ਤੋਂ ਹੜਤਾਲ ਤੇ ਜਾ ਰਹੇ, ਜਿਵੇਂ ਕਿਸਾਨ ਬੈਠੇ ਉਵੇਂ ਹੁਣ ਉਹ ਵੀ ਜਾ ਰਹੇ ਆ। ਉਹ ਵੀ ਸੁਣ ਲਓ, ਆੜ੍ਹਤੀਆਂ ਦਾ 150 ਕਰੋੜ ਰੁਪਇਆ ਆਇਆ ਪਿਆ, ਕੇਂਦਰ ਨੇ 6 ਮਹੀਨਿਆਂ ਤੋਂ ਭੇਜਿਆ ਹੋਇਆ। ਜਦੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਮਨਾ ਕਰਤਾ, ਜਦੋਂ RTI ਜਾਣਕਾਰੀ ਲਿਆ ਕੇ ਸਾਹਮਣੇ ਰੱਖਤੀ, ਠੀਕ ਹੈ, ਉਸ ਵੇਲੇ ਉਹਨਾਂ ਨੇ ਕਿਹਾ ਕਿ ਵੀ ਹਾਂ ਸਾਡੇ ਕੋਲ ਪਿਆ, ਉਹ ਅਜੇ ਤੱਕ ਨਹੀਂ ਦਿੱਤਾ। ਉਹਦੇ ਲਈ ਬੈਠ ਰਹੇ ਆ ਸੜਕਾਂ ਤੇ। ਉਹ ਕਹਿੰਦੇ FCI ਦੇ ਫਰਮਾਨ ਦੇ ਖਿਲਾਫ ਬੈਠ ਰਹੇ ਜੋ ਨਵਾਂ ਆਇਆ, ਕਿਉਂਕਿ ਇਹਦੇ ਫਰਮਾਨ ਦਾ ਉਹਨਾਂ ਦੀ ਕਮਿਸ਼ਨ ਉਹਨਾਂ ਨੂੰ ਮਿਲਣੀ ਆ। ਜੇ ਕੋਈ ਲੁੱਟਮਾਰ ਦਾ ਕੰਮ ਕਹੇ ਉਹ ਨਹੀਂ ਹੋਣਾ, ਉਹ ਸਰਕਾਰ ਨੇ ਨਹੀਂ ਹੋਣ ਦੇਣਾ। ਹੁਣ ਉਹ ਮੋਦੀ ਜੀ ਦੀ ਸਰਕਾਰ ਆ, ਤੇ ਇਸ ਕਰਕੇ ਸੁਧਾਰ ਕਰਨੇ ਜ਼ਰੂਰੀ ਆ। ਉਹ ਕਰ ਰਹੇ ਆ। ਉਹ ਜੇ ਬੈਠ ਕੇ ਉਹਨਾਂ ਨਾਲ ਗੱਲ ਵੀ ਹੋ ਜਾਊਗੀ, ਮੇਰੀ ਵੀ ਗੱਲ ਅੱਜ ਹੋਈ ਆ ਉਹਨਾਂ ਨਾਲ। ਜਿਹੜਿਆਂ ਨੂੰ ਤੁਸੀਂ ਸੁਧਾਰ ਦੱਸਦੇ ਹੋ, UK ਦੀ ਪਾਰਲੀਮੈਂਟ 'ਚ 1.5 ਘੰਟਾ ਚਰਚਾ ਹੁੰਦੀ ਹੈ ਉਸ ਉੱਪਰ। ਕਿਤੇ ਨਾ ਕਿਤੇ ਜਮਹੂਰੀ ਹੱਕਾਂ ਦਾ, ਜਮਹੂਰੀ ਅਧਿਕਾਰਾਂ ਦਾ ਉਲੰਘਣ ਦੱਸਿਆ ਜਾਂਦਾ। UK ਦੀ ਪਾਰਲੀਮੈਂਟ 'ਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਅਜਿਹਾ ਹੋਇਆ, ਕਿਸੇ ਭਾਰਤ ਦੇ ਮੁੱਦੇ 'ਚ UK ਦੀ ਪਾਰਲੀਮੈਂਟ 'ਚ ਐਡੀ ਲੰਬੀ ਚਰਚਾ ਹੋਈ ਹੋਵੇ ਤੇ ਕਿਤੇ ਨਾ ਕਿਤੇ ਭਾਰਤ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਹੋਵੇ। ਕੋਈ ਬਦਨਾਮੀ ਨਹੀਂ ਹੈ। UK ਚਲਾਊਗਾ, USA ਚਲਾਊਗਾ ਸਾਨੂੰ, ਜਾਂ ਚਾਈਨਾ ਚਲਾਊਗਾ। ਇਹ ਚਰਚਾ ਕਿਉਂ ਹੋਈ ਆ? ਇਹ ਚਰਚਾ ਇਸ ਕਰਕੇ ਹੋਈ ਆ ਕਿ ਜਿਹੜੇ MP ਇੰਡੀਅਨ ਓਰੀਜਨ ਦੇ ਬਣੇ, ਪੰਜਾਬੀ ਸੀ ਜਿਹੜੇ, ਉਹ ਖਾਲਿਸਤਾਨੀ ਵਿਚਾਰਧਾਰਾ ਦੇ ਨੇ। ਉਹਨਾਂ ਨੇ ਪੈਸਾ ਖਰਚ ਕਰਕੇ ਉਹ ਉੱਥੇ ਪ੍ਰਮੋਟ ਕਰ ਲਏ। ਬਹੁਤ ਬੜੀ ਅੰਤਰਰਾਸ਼ਟਰੀ ਸਾਜ਼ਿਸ਼ ਹੈ ਹਿੰਦੁਸਤਾਨ ਦੇ ਖਿਲਾਫ, ਔਰ ਸਿੱਖਾਂ ਦੇ ਖਿਲਾਫ ਵੀ ਹੈ। ਤੇ ਉਹ ਉੱਥੇ ਪਹੁੰਚੇ ਹੋਏ ਨੇ, ਔਰ ਕੈਨੇਡਾ ਦੀ ਉਹਦੇ 'ਚ ਵੀ ਪਹੁੰਚੇ ਹੋਏ ਨੇ, ਔਰ ਇੱਥੇ ਵੀ ਪਹੁੰਚੇ ਹੋਏ ਨੇ। ਔਰ ਇਹ ਇੱਕ ਬਹੁਤ ਬੜੀ ਸਾਜ਼ਿਸ਼ ਹੈ। ਇਹ ਹੌਲੀ ਹੌਲੀ ਠੀਕ ਹੋ ਜਾਣੀ ਹੈ। ਉਹਨਾਂ ਨੂੰ ਵੀ ਸ਼ਿਕਸਤ ਹੋਣੀ ਹੈ। ਇਹ ਉਹ ਲੋਕ ਉੱਥੇ ਰੌਲਾ ਪਾਉਂਦੇ ਨੇ, ਹੋਰ ਕੁਝ ਨਹੀਂ ਹੈ। ਤੁਹਾਨੂੰ ਕਿਉਂ ਲੱਗਦਾ ਕਿ ਕੈਨੇਡਾ ਦੇ ਲੋਕ, ਮਾਫ ਕਰਨਾ, ਇੰਗਲੈਂਡ ਦੇ ਲੋਕ ਇੰਨੇ ਮੂਰਖ ਹੈ ਕਿ ਖਾਲਿਸਤਾਨੀ ਵਿਚਾਰਧਾਰਾ ਨੂੰ ਆਪਣਾ MP ਚੁਣ ਲੈਣਗੇ, ਆਪਣਾ ਮੈਂਬਰ ਪਾਰਲੀਮੈਂਟ ਚੁਣ ਜਾਣਗੇ? ਉਹਦੇ 1 ਲੱਖ ਲੋਕਾਂ ਦੇ ਸਾਈਨ ਹੋਏ। ਗਰੇਵਾਲ ਸਾਹਿਬ 1 ਲੱਖ ਲੋਕਾਂ ਦੇ ਸਾਈਨ ਕੀਤੇ ਉੱਥੇ UK ਦੇ ਵਿੱਚ ਉਸ ਪਟੀਸ਼ਨ ਦੇ ਉੱਪਰ। UK ਕਰਦੇ, ਸਾਡਾ ਦੇਸ਼ ਨਹੀਂ ਚਲਾ ਸਕਦਾ। ਸਾਨੂੰ ਪਤਾ ਕਿਸ ਤਰ੍ਹਾਂ ਮੁਲਕ ਨੇ ਚੱਲਣਾ। ਇਹ ਕੋਈ ਗੱਲਾਂ ਨੇ ਕਰਨ ਵਾਲੀਆਂ? UK ਚਲਾਊਗਾ ਸਾਨੂੰ। ਉਹਨੇ ਆਹ ਸਾਈਨ ਕਰਤੇ, ਉਹਨੇ ਉਹ ਸਾਈਨ ਕਰਤੇ, ਤੇ ਦੇਸ਼ ਦੀ ਬਦਨਾਮੀ ਕਰਨਾ ਚਾਹੁੰਦੇ ਨੇ, ਹੋਰ ਕੁਝ ਨਹੀਂ ਹੈ। ਗਰੇਵਾਲ ਸਾਹਿਬ, ਦੇਸ਼ ਦੀ ਬਦਨਾਮੀ ਤਾਂ ਉਦੋਂ ਵੀ ਹੁੰਦੀ ਜਦੋਂ ਭਾਰਤ ਫਰੀडम ਇੰਡੈਕਸ 'ਚ ਖਿਸ ਕੇ 67ਵੇਂ ਨੰਬਰ ਤੇ ਆ ਜਾਂਦਾ ਹੈ। ਪਿਓਰਲੀ ਫਰੀडम ਤੋਂ ਪਾਰਸ਼ਲੀ ਫਰੀडम 'ਚ ਪਹੁੰਚ ਜਾਂਦਾ ਭਾਰਤ। ਦੇਸ਼ ਦੀ ਬਦਨਾਮੀ ਤਾਂ ਉਦੋਂ ਵੀ ਹੁੰਦੀ ਹੈ। ਅਰਬਨ ਨਕਸਲਾਈਟ ਨੇ ਨਾ ਜਿਹੜੇ ਇਹਨੇ ਇੱਥੇ ਮੁਲਕ ਦੇ ਅੰਦਰ, ਜਿਹੜੇ ਕਈ ਤਾਂ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਨੂੰ ਛੱਡਣ ਦੀ ਉਗਰਾਹਾਂ ਹੁਣੀ ਗੱਲ ਕਰਦੇ ਆ, ਮਾਓਵਾਦੀ, ਠੀਕ ਹੈ, ਤਖਤੀਆਂ ਲੈ ਕੇ ਬੈਠ ਗਏ ਸੀ, ਤਾਹਿਰ ਹੁਸੈਨ ਉਹਨਾਂ ਦੀਆਂ ਤੇ ਸਾਜ਼ਿਸ਼ ਦੀਆਂ। ਤੇ ਇਹ ਜਿਹੜਾ ਹੈਗਾ, ਇਹ ਉਹ ਲੋਕ ਨੇ ਜਿਹੜੇ ਮੁਲਕ ਨੂੰ ਬਦਨਾਮ ਕਰਦੇ, ਜਿਹੜਾ ਨੀਚੇ ਨੂੰ ਪਾਇਦਾਨ ਖਿਸਕਾ ਰਹੇ ਆ। ਬਾਕੀ ਜੈਨੂਅਨ ਇੱਥੇ ਡੈਮੋਕ੍ਰੇਸੀ ਹੈ, ਸਭ ਤੋਂ ਬੜੀ ਡੈਮੋਕ੍ਰੇਸੀ ਹੈ ਦੁਨੀਆ ਦੀ। ਇਸ ਕਰਕੇ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ। ਅਸੀਂ ਇਹਨਾਂ ਨਾਲ ਬਰਾਬਰ, ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਲੋਕਾਂ ਦਾ ਸਮਰਥਨ। ਅਸੀਂ ਬੰਗਾਲ ਤੇ ਅਸਾਮ ਹੁਣ ਵੀ ਜਿੱਤਣ ਜਾ ਰਹੇ ਹਾਂ, ਪੌਂਡੀਚੇਰੀ ਵੀ ਜਿੱਤਣ ਜਾ ਰਹੇ ਹਾਂ, ਔਰ ਬਾਕੀ ਵੀ ਅੱਛਾ ਪਰਫਾਰਮ ਕਰ ਰਹੇ ਹਾਂ। ਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਨਾ ਇਹਨਾਂ ਦਾ ਕੋਈ ਡਰ ਆ, ਨਾ ਚਿੰਤਾ। ਦੇਸ਼ ਦੇ ਲੋਕਾਂ ਦਾ ਆਸ਼ੀਰਵਾਦ ਸਾਡੇ ਨਾਲ ਆ, ਸਾਨੂੰ ਨਹੀਂ ਕੋਈ ਰੋਕ ਸਕਦਾ। ਜਿਹੜੇ ਇੰਡੈਕਸ ਦੀ ਮੈਂ ਚਰਚਾ ਕਰ ਰਿਹਾ ਨਾ, ਉਸ 'ਚ ਪ੍ਰੈਸ ਦੀ ਆਜ਼ਾਦੀ ਦੀ ਵੀ ਗੱਲ ਕੀਤੀ ਗਈ ਹੈ, ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕੀਤੀ ਗਈ ਹੈ। ਲੋਕਾਂ ਦੇ ਜਮਹੂਰੀ ਹੱਕ ਖੋਏ ਜਾ ਰਹੇ ਆ, ਉਹ ਸਰਕਾਰ ਤੇ ਨਿਸ਼ਾਨੇ, ਨਾ ਕਿ ਲੋਕਾਂ ਉੱਪਰ ਸਾਦੇ ਗਏ। ਉਸ 'ਤੇ ਸਾਹਿਬ ਤੁਸੀਂ ਸਰਕਾਰ ਦੇ ਖਿਲਾਫ ਬੈਠੇ ਸਵਾਲ ਕਰੀ ਜਾਂਦੇ ਹੋ, ਸਰਕਾਰ ਦੇ ਖਿਲਾਫ ਪੁੱਛੀ ਜਾਂਦੇ ਹੋ। ਜੇ ਤੁਸੀਂ ਪਾਕਿਸਤਾਨ 'ਚੋਂ ਹੋ, ਤੁਸੀਂ ਜੇਲ੍ਹ 'ਚੋਂ ਹੋ ਸਿੱਧੇ। ਤੇ ਇਸ ਕਰਕੇ ਆਜ਼ਾਦੀ ਨਹੀਂ ਹੈਗੀ ਪ੍ਰੈਸ ਦੀ। ਇਸ ਤੋਂ ਜ਼ਿਆਦਾ ਆਜ਼ਾਦੀ ਕੀ ਹੋ ਜੂਗੀ? ਆ ਜਿਹੜੇ ਦੂਜੇ ਨੇ, ਜਿਹੜੇ ਚੈਨਲ ਨੇ ਨਾ, ਆ ਤੁਹਾਡੇ ਵੈਬ ਚੈਨਲ, ਇਹ ਤਾਂ ਖੂਜ ਸਿੱਟਣ ਵਾਲੇ ਆ, ਸਾਰੇ ਮੁਲਕ ਦਾ ਸੱਤਿਆਨਾਸ਼ ਕਰਨ ਵਾਲੇ ਨੇ ਇਹ ਚੈਨਲ। ਇਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ। ਸਾਡੀ ਸਰਕਾਰ ਨੇ ਤਾਂ ਇਹਨਾਂ ਤੇ ਵੀ ਨਹੀਂ ਕੀਤਾ ਅਜੇ ਤੱਕ। ਇਹਨਾਂ ਲਈ ਇਹਨਾਂ ਨੂੰ ਕਹਿਤਾ ਕਿ ਤੁਸੀਂ ਖੁਦ ਹੀ ਆਪਦੇ ਲਈ ਕੋਡ ਬਣਾ ਲਓ।
ਉਹ ਕਿੱਥੋਂ ਕੋਡ ਬਣਾਉਣਗੇ? ਉਹ ਤਾਂ ਜੇਕਰ ਪਤਾ ਕੀ ਹੋਇਆ ਪੱਤਰਕਾਰ ਮਨਦੀਪ ਪੁਨੀਆ ਨੂੰ ਜਿਸ ਹਿਸਾਬ ਨਾਲ, ਕਿਉਂਕਿ ਮੈਂ ਉਸ ਵਕਤ ਉਸੇ ਮੌਕੇ ਤੇ ਮੌਜੂਦ ਸੀ ਜਿਸ ਹਿਸਾਬ ਨਾਲ ਉਸ ਨਾਲ ਉਸ ਉੱਪਰ ਤਸ਼ੱਦਦ ਹੋਇਆ, ਕੁੱਟਿਆ ਗਿਆ, ਪੁਲਿਸ ਵੱਲੋਂ ਉਸ ਨੂੰ ਖਿੱਚਿਆ ਗਿਆ, ਮੈਂ ਉਸ ਵਕਤ ਮੌਕੇ ਤੇ ਮੌਜੂਦ ਸੀ, ਮੇਰੇ ਕੈਮਰੇ 'ਚ ਸਾਰੀ ਚੀਜ਼ਾਂ ਰਿਕਾਰਡ ਹੈ, ਇਸ ਕਰਕੇ ਪ੍ਰੈਸ ਦੀ ਆਜ਼ਾਦੀ ਦਾ ਜ਼ਿਕਰ ਹੋਇਆ। ਇਸ ਤਰ੍ਹਾਂ ਇੱਕ ਅੱਧਾ ਕੋਈ ਇਨਸੀਡੈਂਟ ਹੋ ਗਿਆ ਤੇ ਜਦੋਂ ਪੁਲਿਸ ਦੇ ਉੱਪਰ ਤਸ਼ੱਦਦ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੁਐਸਚਨ ਨਹੀਂ ਕਰਦੇ, ਜੇ ਇੱਕ ਪੱਤਰਕਾਰ ਤੇ ਹੋ ਗਿਆ ਤਾਂ ਕੁਐਸਚਨ ਕਰਦੇ ਆ ਹੈ। ਇਹ ਕੋਈ ਗੱਲ ਹੈਗੀ ਆ? ਉਹਨਾਂ ਨੂੰ 30 ਫੁੱਟ ਤੋਂ ਉੱਪਰੋਂ ਥੱਲੇ ਸਿੱਟ ਰਹੇ, ਛਾਲਾਂ ਮਾਰਨੀਆਂ ਪੈ ਰਹੀਆਂ ਨੇ, ਉਹਦੇ ਬਾਰੇ ਕਿਸੇ ਨੇ ਨਹੀਂ ਅੱਜ ਤੱਕ ਬੋਲਿਆ। ਬਿਨਾਂ ਹੀ ਗੱਲਬਾਤ ਤੋਂ ਇਲਜ਼ਾਮ ਲਾਈ ਜਾਣੇ। ਉਹ ਜਿਹੜਾ ਤੁਹਾਡਾ ਉਹ ਸਰਦਸਾਈ ਆ, ਉਹ ਕੀ ਆ, ਉਹ ਪੱਤਰਕਾਰ ਤੇ ਇੱਕ ਆ ਕਾਂਗਰਸ ਦਾ ਲੀਡਰ ਆ ਉਹ ਸਾਊਥ ਵਾਲਾ ਸ਼ਸ਼ੀ ਥਰੂਰ, ਇਹਨਾਂ ਨੇ ਉਦੋਂ ਕੀ ਹੋਇਆ 4-5 ਘੰਟੇ ਰੌਲਾ ਪਾਉਂਦੇ ਰਹੇ। ਉਹ ਟਰੈਕਟਰ ਵਾਲੇ ਦੇ ਗੋਲੀ ਲੱਗ ਗਈ, ਕਿਸਾਨ ਦੇ ਗੋਲੀ ਲੱਗ ਗਈ, ਕਿਸਾਨ ਦੇ ਗੋਲੀ ਲੱਗ ਗਈ। ਜਦੋਂ ਉਹ ਪੂਰੀ ਦੀ ਪੂਰੀ ਵੀਡੀਓ ਸਾਹਮਣੇ ਆ ਗਈ ਉਦੋਂ ਬਾਅਦ ਇਹਨਾਂ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਜਾਂ ਨਹੀਂ? ਇਹ ਜੇਲ੍ਹ ਜਾਣੇ ਚਾਹੀਦੇ ਆ ਜਾਂ ਨਹੀਂ? ਬਗਾਵਤ ਕਰਾਉਣਾ ਚਾਹੁੰਦੇ ਸੀ, ਇਹ ਬਿਨਾਂ ਗੱਲਬਾਤ ਤੋਂ ਇਲਜ਼ਾਮ ਲਾ ਰਹੇ ਸੀ। ਤੇ ਇਸ ਕਰਕੇ ਇਹਨਾਂ ਨੂੰ ਵੀ ਕਿਹਾ ਕਰੋ ਕਿ ਥੋੜ੍ਹਾ ਸੰਯਮ ਨਾਲ ਰਹਿਣ ਔਰ ਥੋੜ੍ਹਾ ਦੇਸ਼ ਭਗਤ ਬਣਨ। ਤੇ ਪ੍ਰੈਸ ਵਾਲੇ ਵੀ ਮੀਡੀਆ ਵਾਲੇ ਵੀ ਵਿੱਚ ਸੋਚਦੇ ਨਹੀਂ ਹੈ ਵੀ ਕੀ ਕਰਨਾ ਹੈਗਾ। ਗਰੇਵਾਲ ਸਾਹਿਬ ਕੀ ਤੁਸੀਂ ਦੇਸ਼ ਭਗਤੀ ਦੀ ਕੀ ਉਦਾਹਰਨ ਕੀ ਦਿੰਦੇ ਹੋ? ਕੀ ਹੈ ਦੇਸ਼ ਭਗਤੀ ਦੀ ਪਰਿਭਾਸ਼ਾ? ਕੀ ਤਖਤੀ ਲੈ ਕੇ ਘੁੰਮਣਾ ਚਾਹੀਦਾ ਵੀ ਮੈਂ ਦੇਸ਼ ਭਗਤ ਹਾਂ? ਦੰਗੇ ਫੈਲਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਝੂਠੇ ਪ੍ਰਚਾਰ ਪ੍ਰਸਾਰ ਕਰਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀ ਜਾਇਜ਼ ਗੱਲ ਹੋਵੇ ਉਹ ਕਰਨੀ ਚਾਹੀਦੀ ਆ। ਉਹਨੂੰ ਕੋਈ ਕੁਛ ਨਹੀਂ ਕਹਿੰਦਾ ਇੱਥੇ ਇਸ ਮੁਲਕ ਦੇ ਅੰਦਰ। ਇੱਥੇ ਤਾਂ ਗਲਤ ਕੰਮ ਕਰਨ ਵਾਲਿਆਂ ਨੂੰ ਨਹੀਂ ਕਹਿੰਦੇ ਹੈਗੇ। ਲੋਕਾਂ ਦੀ ਆਵਾਜ਼ ਸੁਣਨੀ ਨਹੀਂ ਚਾਹੀਦੀ? ਤੁਹਾਨੂੰ ਨਹੀਂ ਲੱਗਦਾ ਲੋਕਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ? ਜੇਕਰ ਦੇਸ਼ ਭਗਤੀ ਦੀ ਤੁਸੀਂ ਗੱਲ ਕਰਦੇ ਹੋ ਤੇ ਉਹਨਾਂ ਦੇਸ਼ ਭਗਤਾਂ ਦੀ ਆਵਾਜ਼, ਜਿਹੜੇ ਲੋਕਾਂ ਦੀ ਆਵਾਜ਼, ਮੈਂ ਕਿਸਾਨਾਂ ਦੀ ਗੱਲ ਕਰ ਰਿਹਾ। ਅਰੇ ਤੁਸੀਂ ਬੀਜੇਪੀ ਵਰਕਰਾਂ ਦੀ ਵੀ ਗੱਲ ਕਰ ਲਿਆ ਕਰੋ ਨਾ। ਹਿਊਮਨ ਰਾਈਟਸ ਐਕਟਿਵਿਸਟ ਨੂੰ ਮੈਂ ਕਹਿੰਦਾ ਉਹਨਾਂ ਦੇ ਮੂੰਹ ਤੇ ਚਪੇੜ ਆ ਇਹ। ਉਹ ਕੀ ਗੱਲਾਂ ਕਰਦੇ ਰਹਿੰਦੇ ਆ। ਇੱਥੇ ਬੀਜੇਪੀ ਦੇ ਵਰਕਰਾਂ ਨੂੰ ਤੁਸੀਂ ਪਾਰਟੀ ਛੱਡੋ, ਤੁਸੀਂ ਐਂ ਕਰੋ, ਤੁਹਾਡੇ ਘਰ ਘੇਰ ਲਏ, ਤੁਹਾਡੇ ਆਹ ਘੇਰ ਲਏ। ਡੈਮੋਕ੍ਰੇਸੀ 'ਚ ਇਹ ਹੁੰਦਾ? ਉਹਦੀ ਗੱਲ ਨਹੀਂ ਤੁਸੀਂ ਕਰਦੇ, ਬਾਕੀ ਗੱਲਾਂ ਕਰਦੇ। ਉਦੋਂ ਪੱਤਰਕਾਰ ਕਿੱਥੇ ਗਏ? ਉਦੋਂ ਪੂਰੇ ਦੇਸ਼ ਦਾ ਮੀਡੀਆ ਕਿੱਥੇ ਗਿਆ? ਉਹ ਵੀ ਗਰੀਬ ਵਰਕਰ ਨੇ ਜਿਨ੍ਹਾਂ 'ਤੇ ਜ਼ੁਲਮ ਹੋ ਰਹੇ ਆ, ਪੰਜਾਬ ਦੇ ਅੰਦਰ ਹੋ ਰਿਹਾ। ਇਹ ਮਾਓਵਾਦੀ ਕਰ ਰਹੇ ਆ, ਇਹ ਖਾਲਿਸਤਾਨੀ ਕਰ ਰਹੇ ਆ। ਖਾਲਿਸਤਾਨ ਦੇ ਸ਼ਰੇਆਮ ਨਾਅਰੇ ਲਾ ਲਾ ਕੇ ਸਾਡੇ ਟੈਂਟ ਤੋੜਤੇ ਆ ਰਾਜਪੁਰੇ ਦੇ ਅੰਦਰ। ਫਿਰ ਵੀ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ, ਅਸੀਂ 2 ਸੀਟਾਂ ਉੱਥੇ ਜਿੱਤੇ ਆ, 4 ਤੇ ਦੂਜੇ ਨੰਬਰ ਤੇ ਆਏ ਆ। ਪਿੱਛੇ ਪੁਲਿਸ ਦੀ ਜਿਪਸੀ ਚੱਲ ਰਹੀ ਹੈ, ਅੱਗੇ ਚੱਲ ਰਹੀ ਆ। 10-15 ਉਹ ਲੰਡਰ ਵਿਚਾਲੇ ਚੱਲ ਰਹੇ ਆ ਲੈ ਕੇ ਤਖਤੀਆਂ, ਖਾਲਿਸਤਾਨ ਜਿੰਦਾਬਾਦ, ਬੀਜੇਪੀ ਮੁਰਦਾਬਾਦ। ਸਾਡੇ ਟੈਂਟ ਤੋੜਤੇ, ਸਾਡੇ ਦਫ਼ਤਰ ਤੋੜਤੇ। ਆ ਮਿਊਨਿਸਪੈਲਿਟੀ ਦੀਆਂ ਇਲੈਕਸ਼ਨਾਂ ਹੋਈਆਂ ਨੇ। ਗਰੇਵਾਲ ਸਾਹਿਬ ਕੋਈ ਵੀ ਅੰਦੋਲਨ ਹੁੰਦਾ ਮੈਂ ਦੇਖਦਾ ਆ ਰਿਹਾ, ਜਦੋਂ ਦੀ ਭਾਜਪਾ ਸਰਕਾਰ ਸੱਤਾ 'ਚ ਆਈ ਹੈ, NRC ਹੋਵੇ, CAA ਦੇ ਵਿਰੋਧ 'ਚ ਅੰਦੋਲਨ ਹੋਵੇ, ਕੋਈ ਵੀ ਅੰਦੋਲਨ ਹੋਵੇ, ਭਾਜਪਾ ਦੇ ਲੀਡਰ ਬਿਆਨ ਦਿੰਦੇ ਆ ਇਹ ਮਾਓਵਾਦੀ, ਇਹ ਖਾਲਿਸਤਾਨੀ, ਇਹ ਪਾਕਿਸਤਾਨੀ, ਇਹ ਦੇਸ਼ ਵਿਰੋਧੀ ਹੈ। ਕਿ ਕੋਈ ਵੀ ਅੰਦੋਲਨਕਾਰੀ ਦੇਸ਼ ਵਿਰੋਧੀ ਹੋਗਾ ਜੇਕਰ ਉਹ ਪ੍ਰਦਰਸ਼ਨ ਕਰਦਾ, ਆਪਣੇ ਹੱਕਾਂ ਲਈ ਲੜਦਾ। ਜੇਕਰ ਨਹਿਰੂ ਦੇ ਰਾਜ ਦੀ ਗੱਲ ਕਰੀਏ, ਜਦੋਂ ਭਾਸ਼ਾ 'ਚ ਦੇਸ਼ ਵੰਡਿਆ ਜਾਣਾ ਸੀ, ਉਹ ਲੰਬਾ ਅੰਦੋਲਨ ਚੱਲਿਆ ਸੀ, ਪਰ ਆਖਿਰਕਾਰ ਨਹਿਰੂ ਨੂੰ ਉਹਨਾਂ ਦੀ ਗੱਲ ਮੰਨਣੀ ਪਈ ਸੀ ਕਿ ਹੁਣ ਵਾਕਈ ਦੇਸ਼ ਨੂੰ ਭਾਸ਼ਾ ਦੇ ਆਧਾਰ ਤੇ ਵੰਡਣ ਦੀ ਸਮਾਂ ਆ ਗਿਆ। ਇਸ ਤਰ੍ਹਾਂ ਹਰ ਚੀਜ਼ ਦੇ ਵਿੱਚ ਸਾਡੇ ਖਿਲਾਫ ਅੰਦੋਲਨ ਚਲਾਉਣਾ ਔਰ ਚੰਗੀਆਂ ਚੀਜ਼ਾਂ ਨੂੰ ਵੀ ਬੁਰੀਆਂ ਕਹਿਣਾ। ਹੁਣ ਕਸ਼ਮੀਰ ਦੇ ਅੰਦਰ ਕਿੰਨੇ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ ਗਿਆ, ਕਿਸ ਤਰ੍ਹਾਂ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਕਿਸ ਤਰ੍ਹਾਂ ਉਹਨਾਂ ਦੀ ਹੱਤਿਆ ਕੀਤੀ ਗਈ। ਕਦੇ ਅੱਜ ਤੱਕ ਕੋਈ ਇਹ ਮਾਓਵਾਦੀ ਜਿਹੜੇ ਆ ਬੋਲਦੇ ਆ? ਉਲਟਾ ਚਾਈਨਾ ਦੀ ਗੱਲ ਕਰਦੇ ਆ। ਚਾਈਨਾ ਬਹੁਤ ਵਧੀਆ, ਚਾਈਨਾ ਨੇ ਸਾਡੀ ਜ਼ਮੀਨ 'ਤੇ ਨਹੀਂ ਕਬਜ਼ਾ ਕੀਤਾ, ਚਾਈਨਾ ਨੇ ਸਾਡੇ 'ਤੇ ਹਮਲਾ ਨਹੀਂ ਕੀਤਾ, ਹਿੰਦੁਸਤਾਨ ਨੇ ਚਾਈਨਾ 'ਤੇ ਹਮਲਾ ਕੀਤਾ। ਇਹ ਆ ਕਹਿੰਦੇ ਸੀ, ਤਾਂ ਲੋਕਾਂ ਨੇ ਇਹ ਵਿਚਾਰਧਾਰਾ ਰਿਜੈਕਟ ਕੀਤੀ ਸੀ। ਅਸੀਂ ਇਹਨਾਂ ਦੇ ਇਸ ਕਰਕੇ ਅਸੀਂ ਵਿਚਾਰਧਾਰਾ ਜਿਹੜੀ ਵਿਦੇਸ਼ਾਂ ਦੀ ਗੱਲ ਕਰਨੀ, ਹਿੰਦੁਸਤਾਨ ਦੀ ਗੱਲ ਨਾ ਕਰਨੀ, ਉਸ ਦੇ ਅਸੀਂ ਵਿਰੁੱਧ ਹਾਂ। ਅਸੀਂ ਕੋਈ ਇਹ ਨਹੀਂ ਕਹਿੰਦੇ ਹੈਗੇ ਕਿ ਵੀ ਇਹ ਬਿਲਕੁਲ ਹੀ ਵਿਚਾਰਧਾਰਾ ਨਹੀਂ ਹੋਣੀ ਚਾਹੀਦੀ। ਲੈਫਟਿਸਟ ਹੋਣ, ਪਰ ਲੈਫਟਿਸਟ ਆਪਣੀ ਮਰਿਆਦਾ ਰੱਖਣ। ਬੇਸ਼ੱਕ ਤੁਸੀਂ ਉਹਨਾਂ ਦੇ ਵਿਰੁੱਧ, ਪਰ ਪੂਰਾ ਪੰਜਾਬ ਇਸ ਵਕਤ ਕਿਤੇ ਨਾ ਕਿਤੇ ਤੁਹਾਡੇ ਵਿਰੁੱਧ ਖੜਾ ਹੋ ਰਿਹਾ, ਕਿਉਂਕਿ ਸਦਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬੋਲਿਆ ਕੌਣ ਹੈ ਹਰਜੀਤ ਗਰੇਵਾਲ, ਕਿੱਥੋਂ ਦਾ ਹਰਜੀਤ ਗਰੇਵਾਲ। ਜੈਨੀ ਸਾਹਿਬ ਦਾ ਵੀ ਜ਼ਿਕਰ ਹੋਇਆ, ਤੁਹਾਡਾ ਵੀ ਜ਼ਿਕਰ ਹੋਇਆ, ਕਾਫੀ ਪਸੰਦ ਆਉਣ ਲੱਗ ਗਿਆ ਲੱਗਦਾ ਤੁਸੀਂ ਮੁੱਖ ਮੰਤਰੀ ਨੂੰ ਅੱਜ ਕੱਲ੍ਹ। ਇਸ ਤਰ੍ਹਾਂ ਮੁੱਖ ਮੰਤਰੀ ਜੀ ਮੈਨੂੰ ਬਹੁਤ ਸਾਲਾਂ ਤੋਂ ਜਾਣਦੇ ਆ, ਕੌਣ ਕਿੱਥੋਂ, ਇਹ ਉਹਨਾਂ ਦੀ ਭਾਸ਼ਾ ਹੈਗੀ ਆ। ਮਹਾਰਾਜਿਆਂ ਦੀ ਭਾਸ਼ਾ ਇੱਦਾਂ ਹੀ ਹੁੰਦੀ ਹੈ, ਹੈਂਕੜ ਵਾਲੀ। ਅਸੀਂ ਤਾਂ ਆਮ ਸਧਾਰਨ ਪ੍ਰਜਾ, ਉਹ ਰਾਜੇ ਨੇ, ਠੀਕ ਹੈ। ਅਤੇ ਇਸ ਕਰਕੇ ਉਹ ਕੁਝ ਵੀ ਬੋਲ ਸਕਦੇ ਆ, ਅਸੀਂ ਉਹਦੇ 'ਤੇ ਕੁਐਸਚਨ ਕੀ ਕਰਨਾ। ਬਾਕੀ ਲੋਕ ਉਹਨਾਂ ਨੂੰ ਜਵਾਬ ਦੇਣਗੇ ਕਿ ਜੋ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਆ, ਜੋ ਇਹ ਗੌਰਮੈਂਟ ਸਪੋਂਸਰਡ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਵਾ ਰਹੇ ਆ, ਪੰਜਾਬ ਦੇ ਅੰਦਰ ਅਮਨੋ ਅਮਾਨ ਖਰਾਬ ਕਰ ਰਹੇ ਆ, ਇਹਦਾ ਜਵਾਬ ਪਬਲਿਕ ਨੇ ਦੇਣਾ। ਗਰੇਵਾਲ ਸਾਹਿਬ ਸਿਰਫ ਪੰਜਾਬ 'ਚ ਨਹੀਂ, ਹੁਣ ਪੂਰੇ ਦੇਸ਼ ਦੇ ਵਿੱਚ ਹੋ ਰਿਹਾ। ਹੁਣ ਤੁਸੀਂ ਕਹੋਗੇ ਦੇਸ਼ ਦੇ ਵਿੱਚ ਕਾਂਗਰਸ ਜਾਂ ਪੰਜਾਬ ਦੀ ਸਰਕਾਰ ਕਿਤੇ ਜਾ ਕੇ ਅੰਦੋਲਨ ਚਲਾ ਰਹੀ ਹੈ? ਹੋ ਰਿਹਾ ਉਹ ਦੱਸੋ ਨਾ, ਕਿਹੜੀ ਜਗ੍ਹਾ ਹੋ ਰਿਹਾ? ਅੱਜ ਕੋਲਕਾਤਾ ਦੇ ਵਿੱਚ ਰੈਲੀ ਹੋ ਰਹੀ ਹੈ, ਬੰਗਾਲ ਦੇ ਵਿੱਚ ਰੈਲੀਆਂ ਹੋਣੀ। ਅੱਜ ਇੱਥੋਂ ਲੈ ਕੇ ਗਏ ਆ, ਉਹ ਆ ਬਾਰਡਰਾਂ ਤੋਂ ਲੈ ਕੇ ਗਏ ਆ, ਕਲਕੱਤਾ 'ਚ ਰੈਲੀ ਕਰਨਗੇ ਸਾਡੇ ਖਿਲਾਫ।
ਸਾਡੀ ਰੈਲੀ ਕਿੱਡੀ ਵੱਡੀ ਸੀ ਉੱਥੇ, ਮੋਦੀ ਜੀ ਦੀ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕਰਦਾ। ਹੜ੍ਹ ਆ ਗਿਆ ਸੀ ਜਨਤਾ ਦਾ, ਔਰ ਅਸੀਂ ਉੱਥੇ ਚੁਣਾਵ ਜਿੱਤਣਾ। ਅੱਜ ਦਿਨ ਵੋਟਾਂ ਪੈ ਲੈਣ ਦਿਓ, ਬਾਅਦ 'ਚ ਤੁਹਾਨੂੰ ਰਿਜ਼ਲਟ ਦੱਸ ਦਿਆਂਗੇ। ਫਿਰ ਇਹਨਾਂ ਨੂੰ ਪੁੱਛ ਲਿਓ ਜਾ ਕੇ ਕੀ ਕਰਕੇ ਆਏ ਸੀ ਤੁਸੀਂ। ਪਬਲਿਕ ਨਹੀਂ ਇਹਨਾਂ ਦੀ ਗੱਲ ਸੁਣਦੀ। ਮੈਂ ਇਹਨਾਂ ਨੂੰ ਚੈਲੰਜ ਕਰਦਾ, ਜਿੰਨਾ ਜ਼ੋਰ ਲਾਉਣਾ ਹੁਣ ਲਾਉਣ ਸਾਡੇ ਖਿਲਾਫ, ਨਹੀਂ ਕੁਛ ਕਰ ਸਕਦੇ। ਸਰਕਾਰ ਨਹੀਂ ਗੱਲ ਸੁਣੂਗੀ ਜਿੰਨਾ ਮਰਜ਼ੀ। ਸਾਡੇ ਨਾਲ ਪਬਲਿਕ, ਸਾਡੇ ਨਾਲ ਇੱਕ ਕਿਸਾਨ 2-4 ਲੋਕ ਕਹਿ ਦੇਣਗੇ ਉਹੀ ਕਿਸਾਨ ਹੋ ਗਏ, ਬਾਕੀ ਕਿਸਾਨ ਨਹੀਂ ਹੈ ਇਸ ਦੇਸ਼ 'ਚ। ਕਿਸਾਨ ਸਾਨੂੰ ਵੋਟਾਂ ਪਾਉਂਦਾ ਤਾਂ ਹੀ ਸਾਡੀ ਸਰਕਾਰ ਬਣਦੀ ਹੈ। ਵੈਸਟ ਬੰਗਾਲ ਦਾ ਕਿਸਾਨ ਵੋਟਾਂ ਪਾਊਗਾ, ਵਪਾਰੀ ਵੋਟਾਂ ਪਾਊਗਾ, ਤਾਂ ਹੀ ਅਸੀਂ ਜਿੱਤਾਂਗੇ। ਸਾਰੇ ਵਰਗ ਪਾਉਣਗੇ, ਅਸਾਮ ਦੇ ਵਿੱਚ ਸਾਰੇ ਪਾਉਣਗੇ, ਤਾਂ ਹੀ ਜਿੱਤਾਂਗੇ। ਮਤਲਬ ਜਦੋਂ ਤੱਕ ਵੋਟਾਂ ਪਾਉਣੀਆਂ ਨਹੀਂ ਹਟਦੇ ਉਦੋਂ ਤੱਕ ਸਰਕਾਰ ਗੱਲ ਨਹੀਂ ਸੁਣਨ ਵਾਲੀ। ਅਰੇ ਭਾਈ ਵੋਟਾਂ ਕਿਉਂ ਪਾਉਣੀਆਂ ਹਟਣਗੇ? ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਵਿਕਾਸ ਦੀ ਗੱਲ ਕਰਦੇ ਹਾਂ, ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਹਾਂ। ਕੋਈ ਇਹਨਾਂ ਦੇ 2-4 ਦੇ ਕਹਿਣ ਨਾਲ ਸਾਡਾ ਕੋਈ ਨੁਕਸਾਨ ਹੋਣਾ? ਇਹਨਾਂ ਦਾ ਹੀ ਨੁਕਸਾਨ ਆ। ਇਹ ਪਹਿਲਾਂ ਵੀ ਕਿਸੇ ਜਗ੍ਹਾ ਦੇ ਨਹੀਂ, ਅੱਗੇ ਵੀ ਕਿਸੇ ਜਗ੍ਹਾ ਦੇ ਨਹੀਂ। ਕਿਸਾਨਾਂ ਨੇ ਇਹਨਾਂ ਨੂੰ ਮਾਰਨਾ ਸ਼ੁਰੂ ਕਰ ਦੇਣਾ ਕਿ ਤੁਸੀਂ ਬੰਦੇ ਬਣੋ। ਇਹ ਕੀ ਕਰਦੇ ਰਹੇ ਹੋ? ਬਿਨਾਂ ਗੱਲਬਾਤ ਤੋਂ ਸਾਨੂੰ ਸੜਕਾਂ 'ਤੇ ਬਿਠਾਤਾ ਝੂਠੇ ਕਹਿ ਕੇ। ਅਸੀਂ ਤਾਂ ਸਾਰੀਆਂ ਗੱਲਾਂ ਮੰਨਦੇ ਹਾਂ। ਮੈਂ ਅੱਜ ਕਹਿਣਾ, ਤੁਹਾਡੇ ਇਸ 'ਤੇ ਅਧਿਕਾਰ ਨਾਲ ਕਹਿਣਾ, ਆ ਮਾਓਵਾਦੀਆਂ ਦੀ, ਲੈਫਟਿਸਟਾਂ ਦੀ ਲੀਡਰਸ਼ਿਪ ਪਾਸੇ ਕਰ ਦਿਓ। ਸਿੱਧੇ ਕਿਸਾਨ ਸਾਡੇ ਨਾਲ ਗੱਲ ਕਰਨ ਆ ਜਾਣ। ਜੇ 10 ਮਿੰਟ ਦੇ ਅੰਦਰ ਫੈਸਲਾ ਨਾ ਹੋ ਜਾਏ, ਸਾਰੀਆਂ ਗੱਲਾਂ ਅਸੀਂ ਮੰਨ ਲਈਆਂ ਕਿਸਾਨ ਦੀਆਂ। ਇਹੀ ਨਹੀਂ ਫੈਸਲਾ ਹੋਣ ਦਿੰਦੇ। ਹੁਣ ਕੱਲ 9 ਮੈਂ ਮਾਓਵਾਦੀ ਨਾਮ ਲੈ ਦਿਓ, ਕਿੰਨਾ ਨੂੰ ਪਾਸੇ ਕਰਨਾ, ਉਸ ਤੋਂ ਬਾਅਦ ਸਰਕਾਰ ਹੱਲ ਕਰ। ਉਗਰਾਹਾਂ ਹੈ, ਜੋਗਿੰਦਰ ਯਾਦਵ ਹੈ, ਦਰਸ਼ਨਪਾਲ ਹੈ, ਹੋਰ ਕੀ ਨੇ? ਉਹ ਹਨਨ ਮੌਲਾ ਹੈ, ਕਵਿਤਾ ਹੈ, ਇਹ ਸਾਰੇ ਉਹੀ ਤਾਂ ਹੈਗੇ ਨੇ। ਮੈਂ ਕਾਹਦੇ ਨਾਂ ਲੈਣੇ ਇਹਨਾਂ ਦੇ? ਤੁਹਾਨੂੰ ਪਤਾ ਹੀ ਹੈ ਸਾਰਾ। ਤਾਂ ਮਾਓਵਾਦੀਆਂ ਨੂੰ ਪਾਸੇ ਕਰ ਦਿੱਤਾ ਜਾਵੇ, ਮਸਲੇ ਹੱਲ ਹੋ ਜਾਣਗੇ। ਆਖਰੀ ਸਵਾਲ ਗਰੇਵਾਲ ਸਾਹਿਬ, ਚਿੱਠੀ ਤੁਸੀਂ ਲਿਖਤੀ ਹੈ ਐਸਜੀਪੀਸੀ ਨੂੰ, ਬਈ ਕਿਉਂ ਮਦਦ ਕਰ ਰਹੇ ਹੋ? ਸਵਾਲ ਕਾਫੀ ਖੜੇ ਉਸ ਚਿੱਠੀ ਦੇ ਵਿੱਚ ਕੀਤੇ ਹੈ। ਲੱਗਦਾ ਕੋਈ ਜਵਾਬ ਆਊਗਾ ਉਹਨਾਂ ਵੱਲੋਂ? ਨਹੀਂ, ਜਵਾਬ ਦੇਣ ਨਾ ਦੇਣ, ਜਨਤਾ ਨੂੰ ਜਵਾਬ ਦੇਣਾ ਪਊਗਾ ਉਹਨਾਂ ਨੂੰ। ਅਸੀਂ ਤਾਂ ਲੋਕਾਂ ਦੇ ਕਚਹਿਰੀ 'ਚ ਰੱਖੀ ਇੱਕ ਤਰ੍ਹਾਂ ਨਾਲ। ਬੀਬੀ ਜਗੀਰ ਕੌਰ ਨੂੰ ਚਿੱਠੀ ਲਿਖਣ ਦਾ ਮਤਲਬ ਇਹ ਸੀ ਕਿ ਸਿੱਖ ਸੰਗਤਾਂ ਦੇ ਸਾਹਮਣੇ ਰੱਖਿਆ ਕਿ ਗੁਰਦੁਆਰਾ ਸਾਹਿਬਾਨ ਦਾ ਪੈਸਾ ਠੀਕ ਜਗ੍ਹਾ 'ਤੇ ਖਰਚ ਹੋਵੇ। ਅਤੇ ਇਹ ਕਹਿਣਾ ਕੋਈ ਬੁਰੀ ਗੱਲ ਨਹੀਂ ਹੈ। ਇਹ ਕੋਈ ਬੀਬੀ ਜਗੀਰ ਕੌਰ ਦੇ ਵੀ ਮੈਂ ਖਿਲਾਫ ਨਹੀਂ ਹੈਗਾ, ਕੋਈ ਐਸਜੀਪੀਸੀ ਦੇ ਵੀ ਖਿਲਾਫ ਨਹੀਂ ਹੈਗਾ, ਪਰ ਇਹ ਲੋਕਾਂ ਨੇ ਦੀ ਸ਼ਰਧਾ ਅਤੇ ਸਤਿਕਾਰ ਦਾ ਮਸਲਾ ਹੈਗਾ, ਉਸ ਨੂੰ ਠੀਕ ਜਗ੍ਹਾ 'ਤੇ ਖਰਚ। ਮੈਂ ਆਖਰੀ ਸਵਾਲ ਕਿਹਾ ਸੀ, ਪਰ ਮੈਨੂੰ ਹੁਣ ਕੁਝ 2 ਸਵਾਲ ਹੋਰ ਯਾਦ ਆ ਗਏ। ਤੁਹਾਡੇ ਮੁੱਖ ਮੰਤਰੀ ਅਸਤੀਫਾ ਦੇ ਰਹੇ ਆ, ਤੁਹਾਡੀ ਸਰਕਾਰਾਂ ਦੇ ਖਿਲਾਫ ਆ ਪ੍ਰਸਤਾਵ ਜਿਹੜਾ ਵਿਧਾਨ ਸਭਾ 'ਚ ਚੱਲ ਰਿਹਾ, ਹਰਿਆਣਾ ਦੀ ਗੱਲ ਕਰ ਰਿਹਾ ਮੈਂ, ਕਿਵੇਂ ਦੇਖਦੇ ਹੋ? ਫਿਰ ਜੇ ਸਭ ਕੁਝ ਚੱਲ ਰਿਹਾ, ਤੁਸੀਂ ਕਿੰਨੇ ਜਨਤਾ ਦਾ ਅੰਦੋਲਨ ਨਹੀਂ ਹੈ, ਫਿਰ ਕਿਵੇਂ ਹੋ ਰਿਹਾ ਸਭ ਕੁਝ? ਇਹ ਲੋਕਤੰਤਰ ਦੀ ਇੱਕ ਪ੍ਰਕਿਰਿਆ ਹੈਗੀ ਹੈ। ਅਵਿਸ਼ਵਾਸ ਪ੍ਰਸਤਾਵ ਆਉਣਾ, ਸਾਡੀ ਸਰਕਾਰ ਨੂੰ ਵਿਸ਼ਵਾਸ ਮਤ ਮਿਲ ਜਾਣਾ, ਉਹ ਥੋੜ੍ਹੀ ਦੇਰ 'ਚ ਤੁਹਾਡੇ ਸਾਹਮਣੇ ਆ ਜਾਊਗਾ ਮਿਲਣਾ। ਸਾਡੀ ਸਰਕਾਰ ਠੀਕ ਅਸਥਿਰ ਆ ਹਰਿਆਣਾ ਦੀ। ਉੱਥੇ ਕਿਸੇ ਵੀ ਚੀਫ ਮਿਨਿਸਟਰ ਦਾ ਰਹਿਣਾ ਐਮਐਲਏਆਂ ਦੇ ਉੱਪਰ ਨਿਰਭਰ ਕਰਦਾ ਹੁੰਦਾ। ਜਿਹਨੂੰ ਜ਼ਿਆਦਾ ਵਿਧਾਇਕ ਚਾਹਣਗੇ ਉਹ ਵਿਧਾਇਕ ਦਲ ਨੇਤਾ ਹੁੰਦਾ, ਉਹ ਦੂਸਰਾ ਵਿਧਾਇਕ ਦਲ ਨੇਤਾ ਬਣ ਜਾਊਗਾ। ਇੱਕ ਲੋਕਤੰਤਰ ਦੀ ਪ੍ਰਕਿਰਿਆ ਹੈਗੀ। ਸਾਡੀ ਪਾਰਟੀ 'ਚ ਲੋਕਤੰਤਰ ਜਿਹੜਾ ਹੈਗਾ ਜਿੰਦਾ, ਲੋਕਤੰਤਰ ਦੀ ਰਿਸਪੈਕਟ ਆ। ਅਤੇ ਉੱਥੇ ਜ਼ਿਆਦਾ ਐਮਐਲਏ ਕਹਿ ਰਹੇ ਵੀ ਇਹਨਾਂ ਨੂੰ ਬਣਾ ਦਿਓ, ਦੂਜੇ ਨੂੰ ਬਣਾ ਦਿਓ, ਜਿਹਨੂੰ ਕਹਿਣਗੇ ਉਹ ਬਣ ਜਾਏਗਾ। ਇਸ ਕਰਕੇ ਐਸੀ ਕੋਈ ਗੱਲ ਨਹੀਂ। ਬੇਸ਼ੱਕ ਪਾਰਟੀ ਦੇ ਵਿੱਚ ਲੋਕਤੰਤਰ ਦੀ ਗੱਲ ਹੁੰਦੀ ਹੈ, ਪਰ ਜਨਤਾ ਕੀ ਕਰਦੀ ਹੈ, ਕਿਸਾਨ ਕੀ ਕਹਿੰਦੇ, ਕਿਸਾਨ ਲੀਡਰ ਕੀ ਕਹਿੰਦੇ, ਦੂਸਰੀਆਂ ਪਾਰਟੀਆਂ ਕਹਿੰਦੀਆਂ, ਇਹ ਵੀ ਕਿਤੇ ਨਾ ਕਿਤੇ ਅਹਿਮ ਹੋ ਜਾਂਦਾ, ਕਿਉਂਕਿ ਸਵਾਲ ਭਾਜਪਾ 'ਤੇ ਵੀ ਖੜੇ ਹੁੰਦੇ ਆ ਅਤੇ ਭਾਜਪਾ ਐਸਜੀਪੀਸੀ ਉੱਪਰ ਵੀ ਵੱਡੇ ਸਵਾਲ ਖੜੇ ਕਰ ਰਿਹਾ ਕਿ ਕਿਉਂ ਮਦਦ ਕੀਤੀ ਜਾ ਰਹੀ ਹੈ, ਕਿਉਂ ਟੈਂਟ ਲਾ ਕੇ ਦਿੱਤੇ ਜਾ ਰਹੇ ਉੱਥੇ ਕਿਸਾਨਾਂ ਨੂੰ। ਕਹਿੰਦੇ ਐਸਜੀਪੀਸੀ ਦਾ ਕੰਮ ਹੈ ਸਿੱਖ ਗੁਰਦੁਆਰਾ ਦਾ ਪ੍ਰਚਾਰ ਕਰਨਾ, ਸਿੱਖ ਧਰਮ ਦਾ ਪ੍ਰਚਾਰ ਕਰਨਾ, ਅੰਦੋਲਨਕਾਰੀਆਂ ਦੀ ਮਦਦ ਕਰਨਾ ਨਹੀਂ ਹੈ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਪੰਚਕੂਲਾ।